इसका जोड़ा एक विआह कराया कि साड़ी जी भैन नेत्रहीन जी अमनदीप कौर उस नाल कराया वा अते काफ़ी जोड़े चर्चा का विषय बनया है। तो वो कहते कि इन्ना बड़ा स्टैप चुक रहे हैं तू मतलब अपना मन हले बना ला चंगी तरह तसल्ली कर ला। तो मैं क्या तुसी नहीं कोई नहीं तुसी गल करो। मैं महाराज अगे अरदास की है। मैं गुरु रामदास जी का बहुत शुकराना करता जी जो कि इन्होंने मेरा संयोग मिलाया जी। उन्होंने भी अखां तो नहीं दिसदा सी पर साडे वर्गे कई गरीब लोगों की अखां की जोत जगाई उन्होंने विद्या की दात दे के। गुरबाणी दे विच भी आउंदी है ना पंक्ति सब गोविंद गोविंद बिन नहीं कोई। सारे जे रब वसदा है ना जी। किसी रिश्तेदार ने तुसीं सलाह की हो या किसी ने मना किया हो कि भाई बड़ा जिंदगी का सवाल आ सारी उम्र का काम आ। एक ओंकार सतनाम करता पुरख निरभौ निर्वैर अकाल मूर्त जुनी से भांगुर प्रसाद जप आद सच जुगाद सच है पी सच नानक होसी पी सच। ਤੇ ਉਹ ਜੋ ਕਰਦੇ ਨੇ ਉਹ ਮੇਰੇ ਨਾਲ ਕਦੀ ਮੈਂ ਇਹੀ ਚੀਜ਼ ਬਾਬਾ ਜੀ ਨੂੰ ਹਮੇਸ਼ਾ ਹੀ ਅਰਦਾਸ ਕੀਤੀ ਕਿ ਬਾਬਾ ਜੀ ਮੈਨੂੰ ਪਤਾ ਹੈ ਕਿ ਜੋ ਤੁਸੀਂ ਕਰੋਗੇ ਮੇਰੇ ਨਾਲ ਚੰਗਾ ਹੀ ਕਰੋਗੇ। ਕੋਈ ਸਾਹਮਣੇ ਨਾਰਮਲ ਬੰਦਾ ਬੈਠਾ ਹੈ ਨਾ ਸਾਡੇ ਵਰਗੇ ਬਲਾਈਂਡ ਨੂੰ ਲੋੜ ਹੈ ਉਹ ਪਰ ਸਾਨੂੰ ਪਤਾ ਵੀ ਲੱਗ ਜਾਂਦਾ ਕਿ ਉਹ ਬੈਠਾ ਤੇ ਉਹ ਬੰਦਾ ਜਾਣ ਕੇ ਨਾ ਬੋਲੇ ਹੈ ਨਾ। ਤਾਂ ਇਹਨਾਂ ਚੀਜ਼ਾਂ ਤੋਂ ਕੋਈ ਥੋੜ੍ਹਾ ਬਹੁਤਾ ਲੱਗਦਾ ਹੈ ਕਿ ਸਮਾਜ 'ਚ ਕਿੰਨੀ ਮਤਲਬ ਇਸ ਚੀਜ਼ ਦੀ ਵਿਤਕਰਾ। ਜ਼ਰੂਰੀ ਨਹੀਂ ਹੈ ਕਿ ਅੱਖਾਂ ਨਹੀਂ ਤਾਂ ਬੰਦਾ ਕੰਮ ਨਹੀਂ ਕਰ ਸਕਦਾ। ਕੰਮ ਤਾਂ ਹੱਥਾਂ ਪੈਰਾਂ ਨਾਲ ਕਰਨਾ ਹੀ ਹੈ ਨਾ। ਮਾਂ ਬਾਪ ਨੂੰ ਆਪਣੀ ਜ਼ਿੰਮੇਵਾਰੀ ਤੋਂ ਮੁਨੱਕਰ ਨਹੀਂ ਹੋਣਾ ਚਾਹੀਦਾ ਕਦੀ ਵੀ ਨਹੀਂ ਹੋਣਾ ਚਾਹੀਦਾ ਆਪਣੇ ਬੱਚੇ ਪ੍ਰਤੀ। ਮਤਲਬ ਕਾਫੀ ਬਲਾਈਂਡ ਵੀ ਇੱਦਾਂ ਦੇ ਨੇ ਮਤਲਬ ਕਾਫੀ ਨਾਰਮਲ ਵੀ ਇੱਦਾਂ ਦੇ ਨੇ ਕਿ ਮਤਲਬ ਜਿਹੜੇ ਗਲਤ ਪਾਸੇ ਨਸ਼ਿਆਂ ਵੱਲ ਜਾ ਰਹੇ ਨੇ ਬੱਚੇ। ਉਹ ਚੀਜ਼ ਨਾ ਹੋਵੇ ਜੇ ਤੁਸੀਂ ਕੰਮ 'ਚ ਬਿਜ਼ੀ ਰੱਖੋ ਕਿਉਂਕਿ ਵਿਹਲਾ ਮਨ ਸ਼ੈਤਾਨ ਦਾ ਘਰ ਉਹੀ ਗੱਲ ਹੋ ਜਾਂਦੀ ਹੈ ਨਾ ਫਿਰ। ਹਾਂਜੀ ਤੇ ਤੇ ਜਿਹੜਾ 1-2 ਮਹੀਨੇ ਵਾਸਤੇ ਕੋਈ ਮੁੰਡਾ ਆਉਂਦਾ ਵਾ ਉਹ ਸੁਪਨੇ ਵਿਖਾ ਜਾਂਦਾ ਉਹਨਾਂ ਨੂੰ ਵੀ ਤੂੰ ਮੇਰੇ ਸੁਪਨਿਆਂ ਦੀ ਰਾਣੀ ਆ ਬਹੁਤ ਚੰਗੀ ਆ ਮੈਂ ਤੈਨੂੰ ਐਸ਼ ਕਰਾਊਂਗਾ ਜਾਂ ਜ਼ਿੰਦਗੀ ਬਣਾਊਂਗਾ। ਕਿ ਲੱਗਦਾ ਨਹੀਂ ਵੀ ਉਹ ਜਿਹੜੇ ਮਾਂ ਬਾਪ ਦੇ 20 ਸਾਲ ਜਿਹੜੇ ਨੇ ਕਿਤੇ ਦੇ ਧੀ ਭੁੱਲ ਜਾਂਦੀ ਹੈ। ਜੀ ਕੱਲੀ ਧੀ ਨਹੀਂ ਭੁੱਲਦੀ ਪੁੱਤ ਵੀ ਭੁੱਲਦਾ। ਪੰਜਾਬੀ ਲੋਕ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਇੱਕ ਵਾਰ ਫਿਰ ਤੋਂ ਹਰਜੀਤ ਗਰੇਵਾਲ ਸਵਾਗਤ ਕਰਦਾ ਹਾਂ। ਅੱਜ ਤੁਹਾਨੂੰ ਜਿਹੇ ਇੱਕ ਗੁਰਸਿੱਖ ਨੌਜਵਾਨ ਨਾਲ ਮਿਲਵਾਉਣ ਜਾ ਰਹੇ ਹਾਂ ਕਿਉਂਕਿ ਇਸ ਗੁਰਸਿੱਖ ਨੇ ਨੌਜਵਾਨ ਦੀ ਇੱਕ ਮਿਸਾਲ ਜਿਹੜੀ ਬਣਾ ਕੇ ਰੱਖੀ ਆ। ਇਸ ਦਾ ਜਿਹੜਾ ਇੱਕ ਵਿਆਹ ਕਰਾਇਆ ਕਿ ਸਾਡੀ ਜਿਹੜੀ ਭੈਨ ਨੇਤਰਹੀਨ ਜਿਹੜੀ ਅਮਨਦੀਪ ਕੌਰ ਉਸ ਨਾਲ ਕਰਾਇਆ ਵਾ ਅਤੇ ਕਾਫੀ ਜਿਹੜੇ ਚਰਚਾ ਦਾ ਵਿਸ਼ਾ ਬਣਿਆ ਹੈ ਅਤੇ ਕਾਫੀ ਲੋਕਾਂ ਵਿੱਚ ਜਿਹੜਾ ਉਹ ਮਾਨ ਸਨਮਾਨ ਮਿਲ ਰਿਹਾ ਵਾ। ਗੱਲਬਾਤ ਕਰਾਂਗੇ ਵੀ ਸਾਡੇ ਨਾਲ ਨੇ ਹਰਦੀਪ ਸਿੰਘ ਜੀ। ਹਰਦੀਪ ਸਿੰਘ ਜੀ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰਦੀਪ ਸਿੰਘ ਜੀ ਇਹ ਦੱਸੋ ਕਿਸ ਤਰ੍ਹਾਂ ਤੁਹਾਡੇ ਮਨ 'ਚ ਇਹ ਵਿਚਾਰ ਹੈ ਵੀ ਇੱਕ ਭੈਣ ਜਿਹੜੀ ਸਾਡੀ ਨੇਤਰਹੀਨ ਆ ਉਹਨਾਂ ਜਿਹੜਾ ਇੱਕ ਵਿਆਹ ਬਾਰੇ। ਇਹਨਾਂ ਦੀ ਇੰਟਰਵਿਊ ਆਈ ਸੀ ਜੀ ਫੇਸਬੁੱਕ 'ਚ ਪਾਈ ਗਿਆਨੀ ਸੁਖਚੈਨ ਸਿੰਘ ਜੀ ਹੈਗੇ ਆ ਉਹਨਾਂ ਨੇ ਪਾਈ ਸੀ ਜੀ ਹੈ ਨਾ। ਅਤੇ ਇਹਨਾਂ ਦੀ ਇੰਟਰਵਿਊ ਜਦੋਂ ਮੈਂ ਵੇਖੀ ਮੈਂ ਭਾਈ ਜਸਵਿੰਦਰ ਸਿੰਘ ਜੀ ਹਜ਼ੂਰੀ ਡਾਗੀ ਸ੍ਰੀ ਦਰਬਾਰ ਸਾਹਿਬ ਦੇ ਨੇ ਉਹਨਾਂ ਨਾਲ ਗੱਲਬਾਤ ਕੀਤੀ ਕਿ ਮੇਰੇ ਮਨ 'ਚ ਹੈ ਕਿ ਮੈਂ ਇਸ ਕੁੜੀ ਨਾਲ ਆਪਣਾ ਰਿਸ਼ਤਾ ਜੋੜਾਂ। ਅਤੇ ਬਾਕੀ ਇਹ ਤਾਂ ਮਹਾਰਾਜ ਵੱਲੋਂ ਸੰਯੋਗ ਬਣਾਏ ਹੁੰਦੇ ਹਨ ਜੀ। ਅਤੇ ਉਹ ਕਹਿੰਦੇ ਕਿ ਇੰਨਾ ਵੱਡਾ ਸਟੈਪ ਚੁੱਕ ਰਿਹਾ ਤੂੰ ਮਤਲਬ ਆਪਣਾ ਮਨ ਹਲੇ ਬਣਾ ਲਾ ਚੰਗੀ ਤਰ੍ਹਾਂ ਤਸੱਲੀ ਕਰ ਲਾ। ਅਤੇ ਮੈਂ ਕਿਹਾ ਤੁਸੀਂ ਨਹੀਂ ਕੋਈ ਨਹੀਂ ਤੁਸੀਂ ਗੱਲ ਕਰੋ। ਮੈਂ ਮਹਾਰਾਜ ਅੱਗੇ ਅਰਦਾਸ ਕੀਤੀ ਆ ਤੁਸੀਂ ਗੱਲ ਕਰੋ। ਉਹ ਕਹਿੰਦੇ ਹਲੇ ਮਹੀਨਾ ਰੁਕ ਜਾ। ਅਤੇ ਉਹਨਾਂ ਨੇ ਕੋਈ ਗੱਲਬਾਤ ਨਾ ਕੀਤੀ ਜੀ ਭਾਈ ਜਸਵਿੰਦਰ ਸਿੰਘ ਜੀ ਨੇ ਹਾਲ। ਅਤੇ ਉਸ ਤੋਂ ਬਾਅਦ ਮੈਂ ਮਹਾਰਾਜ ਅੱਗੇ ਅਰਦਾਸ ਕੀਤੀ ਜਿੱਥੇ ਗੁਰਦੁਆਰਾ ਸਾਹਿਬ ਮੈਂ ਗੁਰੂ ਹਰਿਰਾਏ ਸਾਹਿਬ ਜੀ ਦੇ ਅਸਥਾਨ 'ਤੇ ਡਿਊਟੀ ਕਰਦਾ ਮਜੀਠਾ ਰੋਡ 'ਤੇ। ਅਤੇ ਉੱਥੇ ਅਰਦਾਸ ਬੇਨਤੀ ਕੀਤੀ ਮਹਾਰਾਜ ਵੱਲੋਂ ਹਾਂ ਆ ਗਈ ਪਰਚੀਆਂ ਪਾਈਆਂ 2 ਅਤੇ ਮਹਾਰਾਜ ਵੱਲੋਂ ਹਾਂ ਆ ਗਈ। ਅਤੇ ਫਿਰ ਮੈਂ ਸਾਡੇ ਬੜੇ ਸਤਿਕਾਰਯੋਗ ਗਿਆਨੀ ਵਿਸ਼ਾਲ ਸਿੰਘ ਜੀ ਹੈਗੇ ਉਹਨਾਂ ਨਾਲ ਗੱਲਬਾਤ ਕੀਤੀ। ਉਹ ਕਹਿੰਦੇ ਮਹਾਰਾਜ ਵੱਲੋਂ ਆਗਿਆ ਮਿਲ ਗਈ ਹੈ ਤੁਹਾਨੂੰ। ਅਤੇ ਮੈਂ ਫਿਰ ਭਾਈ ਸਾਹਿਬ ਹੋਰਾਂ ਨੂੰ ਦੱਸੀ ਗੱਲ। ਫਿਰ ਇਹਨਾਂ ਨੇ ਭਾਈ ਜਸਵਿੰਦਰ ਸਿੰਘ ਜੀ ਹੋਰਾਂ ਨੇ ਗੱਲਬਾਤ ਕੀਤੀ ਇਹਨਾਂ ਨਾਲ। ਅਤੇ ਮੈਂ ਗੁਰੂ ਰਾਮਦਾਸ ਜੀ ਦਾ ਬਹੁਤ ਸ਼ੁਕਰਾਨਾ ਕਰਦਾ ਜੀ ਜੋ ਕਿ ਇਹਨਾਂ ਨਾਲ ਮੇਰਾ ਸੰਯੋਗ ਮਿਲਾਇਆ ਜੀ ਉਹਨਾਂ ਨੇ। ਅਤੇ ਸਾਡੇ ਬੜੇ ਹੀ ਸਤਿਕਾਰਯੋਗ ਉਸਤਾਦ ਜੀ ਮੇਰੇ ਗੁਰੂ ਜੀ ਮੇਰੇ ਪਿਤਾ ਜੀ ਸਭ ਕੁਛ ਹੀ ਸਾਨੂੰ। ਅਤੇ ਉਸਤਾਦ ਭਾਈ ਚਰਨਜੀਤ ਸਿੰਘ ਜੋ ਕਿ ਇਸ ਸੰਸਾਰ ਦੇ ਵਿੱਚ ਨਹੀਂ ਹਨ ਪਰ ਉਹ ਹਮੇਸ਼ਾ ਸਾਡੇ ਹਿਰਦੇ ਵਿੱਚ ਨੇ। ਅਤੇ ਉਹਨਾਂ ਦੀ ਜੋਤ ਹਮੇਸ਼ਾ ਹੀ ਸਾਡੇ ਹਿਰਦੇ ਵਿੱਚ ਜਾਗਦੀ। ਉਹ ਵੀ ਬਲਾਈਂਡ ਸੀ ਜੀ ਉਹਨਾਂ ਨੂੰ ਵੀ ਅੱਖਾਂ ਤੋਂ ਨਹੀਂ ਦਿਸਦਾ ਸੀ ਪਰ ਸਾਡੇ ਵਰਗੇ ਕਈ ਗਰੀਬ ਲੋਕਾਂ ਦੀ ਅੱਖਾਂ ਦੀ ਜੋਤ ਜਗਾਈ ਉਹਨਾਂ ਨੇ ਵਿਦਿਆ ਦੀ ਦਾਤ ਦੇ ਕੇ। ਸਾਡੇ ਵਰਗੇ ਕਈ ਗਰੀਬ ਲੋਕ ਰੋਟੀ ਖਾਂਦੇ ਉਹਨਾਂ ਦੀ ਸਿਖਾਏ 'ਤੇ ਹਨ। ਅਤੇ ਉਹਨਾਂ ਦੀ ਬਹੁਤ ਅਸੀਸ ਹੈ ਮੇਰੇ 'ਤੇ। ਮੈਨੂੰ ਬੱਚਿਆਂ ਵਾਂਗੂ ਪਾਲਿਆ ਉਹਨਾਂ ਨੇ ਛੋਟੇ ਬੱਚਿਆਂ ਵਾਂਗੂ ਮਤਲਬ ਛੋਟੇ ਤੋਂ ਹੀ ਉਹਨਾਂ ਦੇ ਕੋਲ ਹੀ ਹਾਂ ਮੈਂ।
ਤੇ ਸਾਡੇ ਬੜੇ ਸਤਿਕਾਰਯੋਗ ਵੀਰ ਮੇਰਾ ਜੋ ਕਿ ਵੱਡੇ ਵੀਰ ਨੇ ਭਾਈ ਕਰਮਜੀਤ ਸਿੰਘ ਜੀ, ਉਹ ਤੇ ਮੈਂ ਉਸਤਾਦ ਜੀ ਦੀ ਕੋਲ ਰਹਿਣ ਦਾ ਸੁਭਾਗ ਪ੍ਰਾਪਤ ਹੋਇਆ ਸਾਨੂੰ ਦੋਵਾਂ ਨੂੰ। ਤੇ ਇਸ ਤਰ੍ਹਾਂ ਜੀ ਬਸ ਮਹਾਰਾਜ ਨੇ ਗੁਰੂ ਰਾਮਦਾਸ ਇਹ ਬੜਾ ਵੱਡਾ ਫੈਸਲਾ ਵਾ ਜ਼ਿੰਦਗੀ ਦਾ ਵਾ। ਅਸੀਂ ਦੇਖ ਰਹੇ ਵੀ ਜਿੱਥੇ ਅੱਜ ਕੱਲ੍ਹ ਲੋਕ ਜਿਹੜੇ ਨੇ ਵਿਆਹ ਨੂੰ ਕਹਿ ਲਓ ਵੀ ਖਿਡੌਣਾ ਸਮਝਦੇ ਨੇ, ਇੱਕ ਵਿਆਹ ਦੇ ਪਵਿੱਤਰ ਰਿਸ਼ਤੇ ਨੂੰ ਜਿਹੜਾ ਵਾ ਲੋਕ ਤਾਰ-ਤਾਰ ਕਰ ਰਹੇ ਨੇ। ਤੁਸੀਂ ਦੇਖਿਆ ਵੀ ਅੱਜ ਦਿਨ ਜਿਹੜਾ ਲੋਕ ਬਾਹਰ ਜਾ ਰਹੇ ਨੇ, ਝੂਠ ਬੋਲ ਰਹੇ ਨੇ, ਰਿਸ਼ਤੇ ਕਿਤੇ ਕਿਤੇ ਜਿਹੜੇ ਕਮਜ਼ੋਰ ਹੁੰਦੇ ਜਾਂਦੇ ਨੇ, ਕਿ ਜਿਹੜੇ ਮੀਆਂ ਬੀਵੀ ਦੇ ਰਿਸ਼ਤੇ ਨੇ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਬਿਲਕੁਲ ਜੀ। ਬਾਕੀ ਮੈਂ ਆਪਣਾ ਹੀ ਗਿਣਦਾ ਜੀ, ਮੈਨੂੰ ਤਾਂ ਗੁਰੂ ਰਾਮਦਾਸ ਦੀ ਬਖਸ਼ਿਸ਼ ਹੋਈ। ਮੈਂ ਆਪਣੀ ਕੋਈ ਨਾ ਇਹਨਾਂ ਦੇ ਫਾਦਰ ਸਾਹਿਬ ਵੱਲੋਂ ਕੋਈ ਇੱਦਾਂ ਦੀ ਮੰਗ ਹੋਈ ਕਿ ਹਾਂ ਤੇਰੇ ਕੋਲ, ਉਹਨਾਂ ਨੇ ਵੀ ਮੈਨੂੰ ਕੁਛ ਨਹੀਂ ਪੁੱਛਿਆ ਜੀ। ਜਦੋਂ ਇੱਥੇ ਆਏ ਮੈਨੂੰ ਮਿਲਣ ਵਾਸਤੇ ਹੈ ਨਾ, ਉਹਨਾਂ ਨੇ ਕਿਹਾ ਕਿ ਤੂੰ ਗੁਰਸਿੱਖ ਹੈ ਬਸ। ਨਹੀਂ ਤਾਂ ਉਹਨਾਂ ਨੇ ਵੀ ਗੁਰੂ ਰਾਮਦਾਸ ਜੀ ਦਾ, ਜਿਸ ਤਰ੍ਹਾਂ ਭਾਈ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਗੁਰੂ ਰਾਮਦਾਸ ਜੀ ਦਾ ਰਿਸ਼ਤਾ ਕੀਤਾ, ਉੱਦਾਂ ਹੀ ਉਹਨਾਂ ਨੇ ਮੇਰੇ ਨਾਲ ਕੀਤਾ ਜੀ। ਪਰ ਕਿਤੇ ਕਿਤੇ ਮਨ 'ਚ ਵਿਚਾਰ ਤੇ ਆਇਆ ਹੋਊਗਾ ਉਹਨਾਂ ਦੇ ਪਿਤਾ ਜੀ ਦੇ ਵੀ ਇੱਕਦਮ ਜਿਹੜਾ ਵਾ, ਕਿਉਂ ਸਾਡੀ ਜਿਹੜੀ ਭੈਣ ਹੈ ਉਹ ਨੇਤਰਹੀਨ ਹੈ, ਠੀਕ ਹੈ, ਤੁਸੀਂ ਬਿਲਕੁਲ ਠੀਕ ਜੀ। ਇੱਕ ਵਾਰ ਤਾਂ ਹੋਇਆ ਹੋਊਗਾ ਵੀ ਭਾਈ ਐਡਾ ਕੀ ਤੇਰੇ ਮਨ 'ਚ ਵਿਚਾਰ ਆਇਆ ਵੀ ਭਾਈ ਤੂੰ ਰਿਸ਼ਤਾ ਕਰਨੇ ਆ ਵਾ, ਸੋ ਬੜੀ ਮਨ 'ਚ ਵਿਚਾਰ ਆਉਂਦੀ ਹੈ। ਉਹਨਾਂ ਨੇ ਮੈਨੂੰ ਬੜਾ ਪੁੱਛਿਆ ਕਿ ਕਹਿੰਦੇ ਕਿ ਤੇਰਾ ਮਨ ਪੱਕਾ ਹੈ ਨਾ, ਕਿ ਮਤਲਬ ਇੱਦਾਂ ਨਾ ਹੋਵੇ ਸਾਡੀ ਕੁੜੀ ਮਤਲਬ ਸਾਡਾ ਰਿਸ਼ਤਾ ਜੋੜਦੀ ਹੈ, ਬਾਅਦ 'ਚ ਕੁਛ ਗੱਲ ਹੋਵੇ ਹੈ ਨਾ। ਪਰ ਸਾਡੇ ਗੁਰੂ ਜੀ, ਸਾਡੇ ਪਿਤਾ ਜੀ ਭਾਈ ਚਰਨਜੀਤ ਸਿੰਘ ਜੀ ਸਿੱਖਿਆ, ਕਿਉਂਕਿ ਜੋ ਵੀ ਅੱਜ ਮੈਂ ਉਹਨਾਂ ਦੀ ਬਦੌਲਤ ਹਾਂ, ਜੋ ਵੀ ਮੇਰਾ ਨਾਂ ਹੈ, ਜੋ ਵੀ ਹੈ ਉਹਨਾਂ ਦੀ ਬਦੌਲਤ ਹੈ ਜੀ। ਜੋ ਵੀ ਹੈ ਮੈਂ ਅੱਜ ਉਹਨਾਂ ਦੇ ਕੀਤੇ ਹੋਏ, ਜੋ ਉਹਨਾਂ ਨੇ ਮੈਨੂੰ ਸਿੱਖਿਆ ਦਿੱਤੀ ਹੈ ਨਾ ਜੀ, ਉਹਨਾਂ ਦਾ ਸਿਰ 'ਤੇ ਮੇਰੇ 'ਤੇ ਹੱਥ ਹੈ। ਕਿਉਂਕਿ ਹਰਦੀਪ ਜੀ ਬੜੀ ਮਿਸਾਲ ਬਣ ਕੇ ਤੁਸੀਂ ਸਾਹਮਣੇ ਆਏ ਹੋ। ਕਿਉਂਕਿ ਅਸੀਂ ਦੇਖ ਰਹੇ ਹਾਂ ਵੀ ਜਿੱਥੇ ਅੱਜ ਕੱਲ੍ਹ ਲੋਕ ਜਿਹੜੇ ਕਿ ਪਤਨੀ ਪਤਨੀ ਰਿਸ਼ਤੇ ਨੂੰ ਜਿਹੜਾ ਇੱਕ ਅਹਿਮੀਅਤ ਨਹੀਂ ਦਿੰਦੇ, ਲੋਕ ਹਰ ਕੋਈ ਜਿਹੜਾ ਸੋਚਦਾ ਵੀ ਸ਼ਾਇਦ ਜੀਵਨ ਸਾਥੀ ਸਾਰੀ ਉਮਰ ਦਾ ਹੁੰਦਾ, ਵਿਆਹ ਕਰਨਾ ਵਾ। ਲੋਕ ਬੜੇ ਜੋ ਜਾਂਦੇ ਕਿਸੇ ਧੀ ਭੈਣ ਦੇ ਰਿਸ਼ਤੇ ਤੇ ਵਾਸਤੇ ਬੜੇ ਉਹਨਾਂ 'ਚ ਨੁਕਸ ਕੱਢਦੇ ਆ। ਕਦੀ ਉਹਨੂੰ ਕਹਾਂਗੇ ਚੱਲ ਕੇ ਖਾ, ਕਦੀ ਕਹਿਣਗੇ ਵੀ ਉਹ ਪਤਲੀ ਆ ਜਾਂ ਮੋਟੀ ਆ, ਬਹੁਤ ਲੋਕੀ ਕਰਦੇ ਆ, ਠੀਕ ਹੈ ਨਾ। ਤੁਸੀਂ ਗੁਰਸਿੱਖ ਨੌਜਵਾਨ ਜੀ, ਬੜੀ ਇੱਕ ਵੱਡੀ ਮਿਸਾਲ ਤੁਹਾਡੇ ਵਾਸਤੇ ਸਾਹਮਣੇ ਆਈ ਹੈ। ਉਹ ਹੋਰ ਵੀ ਲੋਕ ਜਿਹੜੇ ਲੋਕ ਦੇਖਦੇ ਹੋਣਗੇ, ਕਿ ਲੋਕ ਜਦੋਂ ਲੋਕ ਜਾਂਦੇ ਨੇ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਬਹੁਤ ਨੁਕਨੇ ਦਿੰਦੇ ਆ ਵੀ ਇਹ ਸਾਡੇ ਮਨ 'ਚ ਨਹੀਂ ਆਈ, ਜਾਂ ਕਦੀ ਲੋਕ ਬੜੇ ਕਰਦੇ ਨੇ। ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ? ਦੇਖੋ ਜੀ, ਮੈਂ ਕਿਸੇ ਨੂੰ ਕੁਛ ਨਹੀਂ ਕਹਿਣਾ ਚਾਹੁੰਦਾ ਜੀ। ਜੋ ਵੀ ਪਰਮਾਤਮਾ ਦੀ ਦੇਣ ਹੈ ਨਾ, ਜਿਸ 'ਤੇ ਕਿਰਪਾ ਹੋਵੇ ਨਾ, ਜੇ ਪਰਮਾਤਮਾ ਦੀ ਦੇਣ ਹੁੰਦੀ, ਭਾਵੇਂ ਕੋਈ ਮਾੜਾ ਕਰਮ ਵੀ ਕਰਾਉਂਦਾ ਉਹਦੇ 'ਚ ਕੋਈ ਚੰਗਾ ਵੀ ਕਰਾ ਲੈਂਦਾ, ਕਿਉਂਕਿ ਪਰਮਾਤਮਾ ਹੀ ਹੈ ਸਭ 'ਤੇ ਵੱਸਦਾ। ਕਿਉਂਕਿ ਗੁਰਬਾਣੀ ਦੇ ਵਿੱਚ ਵੀ ਆਉਂਦੀ ਹੈ ਨਾ ਪੰਕਤੀ, ਸਭ ਗੋਬਿੰਦਾ ਸਭ ਗੋਬਿੰਦਾ ਗੋਬਿੰਦ ਬਿਨ ਨਹੀਂ ਕੋਈ, ਸਾਰਿਆਂ 'ਚ ਰੱਬ ਵੱਸਦਾ ਹੈ ਨਾ ਜੀ। ਅਤੇ ਮੇਰੇ 'ਤੇ ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ ਹੈ, ਅਤੇ ਮੈਨੂੰ ਮਤਲਬ ਬਹੁਤ ਜੀਵਨ ਸਾਥੀ ਬਹੁਤ ਵਧੀਆ ਮਿਲੇ ਜੀ। ਭਾਵੇਂ ਇਹਨਾਂ ਦੀ ਅੱਖਾਂ ਦੀ ਜੋਤੀ ਨਹੀਂ ਆ, ਪਰ ਇਹਨਾਂ ਦੀ ਹਰੇਕ ਅੰਦਰ ਦੀ ਜੋਤ ਜਗਦੀ ਹੈ ਜੀ। ਬਿਲਕੁਲ ਹਰਦੀਪ ਜੀ, ਹੁਣ ਤੁਸੀਂ ਉਹਨਾਂ ਦੇ ਅੱਖਾਂ ਜੋਤ ਜੇ, ਤੁਸੀਂ ਸਾਰਾ ਜ਼ਿੰਦਗੀ ਦਾ ਜਿਹੜਾ ਰਿਸ਼ਤਾ ਵਿਖਾਉਣਾ ਉਹਨਾਂ ਨੂੰ। ਹਾਂਜੀ, ਪਰ ਮੇਰੇ ਵਾਸਤੇ ਬਹੁਤ ਵੱਡੀ ਦੇਣ ਹੈ ਜੀ। ਮਤਲਬ ਇਹਨਾਂ ਨੇ ਮੈਨੂੰ ਚੰਗਾ ਸਮਝਿਆ ਹੈ ਨਾ ਜੀ, ਅਤੇ ਇਹਨਾਂ ਮੈਨੂੰ ਮੇਰਾ ਸਾਥ ਦਿੱਤਾ, ਮੈਨੂੰ ਜੀਵਨ ਸਾਥੀ ਆਪਣਾ ਚੁਣਿਆ ਜੀ। ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ। ਇਸ ਨੂੰ ਵੀ ਐਡਾ ਵੱਡਾ ਫੈਸਲਾ ਲਿਆ, ਕਦੀ ਪਰਿਵਾਰ ਨੇ ਜਾਂ ਕਿਸੇ ਰਿਸ਼ਤੇਦਾਰ ਨੇ ਤੁਸੀਂ ਸਲਾਹ ਕੀਤੀ ਹੋਵੇ ਜਾਂ ਕਿਸੇ ਨੇ ਮਨਾ ਕੀਤਾ ਹੋਵੇ ਕਿ ਭਾਈ ਬੜਾ ਜ਼ਿੰਦਗੀ ਦਾ ਸਵਾਲ ਆ, ਸਾਰੀ ਉਮਰ ਦਾ ਕੰਮ ਆ, ਵਿਆਹ ਹੁੰਦਾ ਮੀਆਂ ਬੀਵੀ ਦਾ, ਅਤੇ ਸੋਚ ਸਮਝ ਕੇ ਫੈਸਲਾ ਲਿਓ? ਮੈਂ ਜੀ ਕਈ ਗੱਲਾਂ ਲੋਕ ਕਰਦੇ ਜੀ। ਮੈਂ ਸਭ ਤੋਂ ਪਹਿਲਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਹਨਾਂ ਤੋਂ ਆਗਿਆ ਮਿਲ ਗਈ ਜੀ, ਹੈ ਨਾ। ਮੈਂ ਲੋਕਾਂ ਤੋਂ ਕੀ ਲੈਣਾ ਜੀ। ਅਤੇ ਮੈਂ ਤਾਂ ਇੱਥੋਂ ਤੱਕ ਕਿ ਮੈਂ ਆਪਣੇ ਮਾਪਿਆਂ ਨੂੰ ਵੀ ਨਹੀਂ ਪੁੱਛਿਆ ਜੀ, ਹੈ ਨਾ। ਅਤੇ ਮੈਨੂੰ ਗੁਰੂ ਗ੍ਰੰਥ ਸਾਹਿਬ ਤੋਂ ਆਗਿਆ ਮਿਲ ਗਈ, ਕਿਉਂਕਿ ਆਪਾਂ ਰੋਜ਼ ਅਰਦਾਸ ਕਰਦੇ ਹਾਂ, ਆਗਿਆ ਪਈ ਅਕਾਲ ਕੀਤੇ ਵਿੱਚ ਲਾਏ ਬੰਤ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਅਤੇ ਗੁਰੂ ਵੱਲੋਂ ਆਗਿਆ ਮਿਲ ਗਈ ਜੀ, ਸਭ ਤੋਂ ਵੱਡੀ ਗੱਲ ਹੈ। ਅਤੇ ਗੁਰੂ ਰਾਮਦਾਸ ਜੀ ਮਹਾਰਾਜ ਜੀਆਂ ਦਾ ਸਿਰ 'ਤੇ ਹੱਥ ਹੈ ਜੀ, ਸਾਡੇ ਸਤਿਕਾਰਯੋਗ ਉਸਤਾਦ ਜੀ, ਜਿਨ੍ਹਾਂ ਨੇ ਮਤਲਬ 30-32 ਸਾਲ ਜਿੱਥੇ ਹਰਿਮੰਦਰ ਸਾਹਿਬ ਸੇਵਾ ਕੀਤੀ, ਉੱਥੇ ਗਰੀਬ ਬੱਚਿਆਂ ਨੂੰ ਸਿਖਾਇਆ ਉਹਨਾਂ ਨੇ। ਅਤੇ ਸਾਡੇ ਵਰਗੇ ਕਈ ਭਾਈ ਕਰਮਜੀਤ ਸਿੰਘ ਜੀ, ਭਾਈ ਪ੍ਰਤਾਪ ਸਿੰਘ ਜੀ, ਅਤੇ ਭਾਈ ਹਰਪ੍ਰੀਤ ਸਿੰਘ ਭਗਤ ਜੀ, ਜਿਨ੍ਹਾਂ ਦਾ ਭਾਈ ਗੁਰਮੇਜ ਸਿੰਘ ਜੀ ਸਿੱਖ ਰਤਨ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਜਿਨ੍ਹਾਂ ਦੇ ਬਲੈਂਡ ਹੁੰਦਿਆਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬੀਰ ਬਰੇਲ ਲਿਪੀ ਦੇ ਵਿੱਚ ਛਾਪਿਆ ਜੀ। ਅਤੇ ਉਹਨਾਂ ਦੇ ਸਪੁੱਤਰ ਨੇ ਭਾਈ ਹਰਪ੍ਰੀਤ ਸਿੰਘ ਭਗਤ ਜੀ, ਉਹ ਮੇਰੇ ਵੱਡੇ ਭਰਾ ਵਾਂਗੂ ਨੇ। ਉਹਨਾਂ ਦੀ ਬਹੁਤ ਵੱਡੀ ਦੇਣ ਹੈ ਜੀ। ਭਾਈ ਸੁਖਦੀਪ ਸਿੰਘ ਹਜ਼ੂਰੀ ਰਾਗੀ ਉਹ ਮੇਰੇ ਐ ਵੱਡੇ ਭਰਾ ਵਾਂਗੂ ਖਲੋਤੇ ਜੀ ਮੇਰੇ ਨਾਲ ਆ ਕੇ। ਅਤੇ ਉਹਨਾਂ ਦੀ ਮੈਂ ਦੇਣ ਦੇ ਹੀ ਨਹੀਂ ਸਕਦਾ। ਭਾਈ ਸੁਖਦੇਵ ਸਿੰਘ ਵਡਾਲਾ ਜੀ, ਜੋ ਕਿ ਭਾਈ ਸੁਖਦੀਪ ਸਿੰਘ ਨਾਲ ਤਬਲੇ ਦੀ ਸੇਵਾ ਕਰਦੇ ਨੇ, ਭਾਈ ਬਲਦੇਵ ਸਿੰਘ ਵਡਾਲਾ ਜੀ ਦੇ ਛੋਟੇ ਭਰਾ ਨੇ। ਅਤੇ ਇਹ ਮੇਰੇ ਨਾਲ ਮੋਢੇ 'ਤੇ ਮੋਢਾ ਜੋੜ ਕੇ, ਜੇ ਕਹਿੰਦੇ ਤੂੰ ਮਤਲਬ ਜਿੱਥੇ ਗਏਗਾ ਉੱਥੇ ਖਲੋਤੇ। ਪਰ ਕੀ ਕਹਿਣਾ ਚਾਹੋਗੇ? ਅਸੀਂ ਦੇਖ ਰਹੇ ਹਾਂ ਵੀ ਅੱਜ ਕੱਲ੍ਹ ਜਿਹੜਾ ਚਾਲ ਚਲਨ ਚੱਲ ਗਿਆ ਵਾ ਵੀ ਲੋਕ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਲੈ ਕੇ ਕਿਤੇ ਨਾ ਕਿਤੇ ਉਹ ਜਿਹੜੇ ਵਾਅਦੇ ਹੁੰਦੇ ਨੇ, ਜਿਹੜੇ ਇੱਕ ਦੂਜੇ ਨਿਭਾਉਂਦੇ ਨਹੀਂ ਆ, ਕਸਮਾਂ ਜਿਹੜੀਆਂ ਖਾਦੀਆਂ ਹੁੰਦੀਆਂ ਉਹ ਨਿਭਾਉਂਦੇ ਨੇ ਆ। ਤੁਸੀਂ ਕੀ ਕਹਿਣਾ ਚਾਹੋਗੇ? ਮੇਰੇ 'ਤੇ ਗੁਰੂ ਗ੍ਰੰਥ ਸਾਹਿਬ ਜੀ, ਮੈਂ ਤਾਂ ਰੋਜ਼ ਅਰਦਾਸ ਬੇਨਤੀ ਕਰਦਾ ਕਿ ਮਹਾਰਾਜ ਤੁਸੀਂ ਮੇਰੇ 'ਤੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਿਆ ਹੈ, ਜਿੱਥੇ ਇੰਨੀ ਵੱਡੀ ਸੇਵਾ ਮੇਰੇ 'ਤੇ ਸਿਰ 'ਤੇ ਹੱਥ ਭਰਿਆ ਰੱਖ ਕੇ ਲੈ ਲਿਓ, ਹੈ ਨਾ। ਇੰਨੀ ਵੱਡੀ ਦਾਤ ਮੈਨੂੰ ਦਿੱਤੀ ਹੈ, ਅਤੇ ਮੈਨੂੰ ਸਾਂਭਣ ਦੀ ਵੀ ਸ਼ਕਤੀ ਬਖਸ਼ਿਸ਼ ਕਰਿਓ।
ਹੁਣ ਗਾਂ ਜ਼ਿੰਦਗੀ ਦਾ ਅਗਲਾ ਪਲਾਨ ਕੀ ਹੈਗਾ ਵਾ? ਮੈਨੂੰ ਦੱਸੋ ਵੀ ਇਹ ਪੜ੍ਹਾਈ ਕਿੱਥੋਂ ਤੱਕ ਕੀਤੀ ਇਹਨਾਂ ਨੇ ਹੈਗੀ ਆ, ਤੇ ਗਾਂ ਕੀ ਅੱਗੋਂ ਪਲਾਨ ਇਹਨਾਂ ਨੇ ਹੈਗਾ? BA ਕੀਤੀ ਹੋਈ ਜੀ, MA ਇਹਨਾਂ ਦੀ ਪੜ੍ਹਾਈ ਚੱਲਦੀ ਪਈ ਹੈ ਹਲੇ। ਤੇ ਜੋ ਵੀ ਇਹ ਕਰਨਗੇ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਮੈਂ ਲੈ ਕੇ ਖੜੋਤਾ ਜੀ, ਜਿੱਥੇ ਕਹਿਣਗੇ ਉੱਥੇ ਖੜਾ ਮੈਂ। ਪਰਿਵਾਰ ਵਿੱਚ ਕਿੰਨੀ ਖੁਸ਼ੀ ਦੀ ਲੈ ਰਿਹਾ, ਕਿੰਨੇ ਕੁ ਲੋਕ ਸਾਰੇ ਰਿਸ਼ਤੇਦਾਰ ਭੈਣ ਭਰਾ ਕਿੰਨੇ ਖੁਸ਼ ਨੇ? ਸਾਰੇ ਮੇਰੇ ਜਿੰਨੇ ਵੀ ਯਾਰ ਦੋਸਤ ਨੇ, ਮੇਰੇ ਭੈਣ ਭਰਾ ਨੇ ਜੀ, ਬਹੁਤ ਜ਼ਿਆਦਾ ਖੁਸ਼ ਨੇ ਕਿ ਬਹੁਤ ਵਧੀਆ ਇਹ ਕੰਮ ਕੀਤਾ ਤੂੰ। ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਲੋਕ ਤੁਹਾਨੂੰ ਪਹਿਲਾਂ ਵੀ ਗੱਲ ਕੀਤੀ ਸੀ, ਕਿਸੇ ਕੋਈ ਮੈਂ ਜੀ ਕਿਸੇ ਨੂੰ ਥੋੜਾ ਤੁਸੀਂ ਫਿਰ ਵੀ ਇੱਕ ਬੜੀ ਮਿਸਾਲ ਜੇ ਉਹਨਾਂ ਵਾਸਤੇ ਕੋਈ ਮੈਸੇਜ ਦੇਣਾ ਚਾਹੋਗੇ ਕਿਸੇ ਤਰ੍ਹਾਂ ਦਾ? ਕਹਿੰਦਾ ਕਿ ਬਸ ਸਾਰੇ ਜੇ ਰੱਬ ਵਸਦਾ ਜੀ ਹੈ ਨਾ, ਜੋ ਪਰਮਾਤਮਾ ਅੱਗੇ ਅਰਦਾਸ ਕਰਨੀ ਚਾਹੀਦੀ ਸਾਰਿਆਂ ਨੂੰ ਕਿ ਸਾਡੇ ਕੋਲ ਕੋਈ ਚੰਗਾ ਹੀ ਕਰਮ ਹੋਵੇ, ਚੰਗਾ ਕਰਮ ਕਰਨਾ ਚਾਹੀਦਾ ਬਸ। ਠੀਕ ਹੈ, ਬਹੁਤ ਧੰਨਵਾਦ ਜੀ। ਤੁਸੀਂ ਦੇਖਿਆ ਵੀ ਕਿੰਨੇ ਜਿਹੜੇ ਕਿ ਗੁਰਸਿੱਖ ਨੌਜਵਾਨ ਕਿਹੜਾ ਭਾਈ ਹਰਦੀਪ ਸਿੰਘ ਆ, ਕਿਸ ਤੱਕ ਜਿਹੜੀ ਜੋੜੀ ਆ ਜਿਹੜੀ ਸੋਸ਼ਲ ਮੀਡੀਆ 'ਤੇ ਬੜੀ ਐਕਟਿਵ ਹੋਈ ਆ, ਅਤੇ ਸਾਰੇ ਪਾਸੇ ਜਿਹੜੀਆਂ ਸ਼ਲਾਘਾ ਹੋ ਰਹੀਆਂ ਵਾ ਕਿ ਸਾਡੀ ਜਿਹੜੀ ਭੈਣ ਨੇਤਰਹੀਨ ਇਹਨਾਂ ਜਿਹੜਾ ਕਿ ਆਨੰਦ ਕਾਰਜ ਕੀਤਾ ਵਾ, ਅਤੇ ਹਰ ਪਾਸੇ ਜਿਹੜੇ ਚਰਚਾ ਦਾ ਜਿਹੜਾ ਵਿਸ਼ਾ ਬਣਿਆ ਵਾ, ਅਤੇ ਲੋਕ ਜਿਹੜੇ ਸ਼ਲਾਘਾ ਕਰ ਰਹੇ ਨੇ ਵੀ ਬਹੁਤ ਵਧੀਆ ਉਪਰਾਲਾ ਵਾ। ਇਸ ਤਰ੍ਹਾਂ ਜਿਹੜੇ ਉਪਰਾਲੇ ਜਿਹੜੇ ਆ ਕਰਨੇ ਚਾਹੀਦੇ ਆ ਵੀ ਹਰ ਕਿਸੇ ਨੂੰ ਜਿਹੜਾ ਵਾ ਮਾਣ ਸਨਮਾਨ ਜਿਹੜਾ ਉਹ ਦੇਣਾ ਚਾਹੀਦਾ ਵਾ। ਅਤੇ ਹੁਣ ਗੱਲ ਕਰਾਂਗੇ ਸਾਡੀ ਜਿਹੜੀ ਭੈਣ ਆ ਅਮਨਦੀਪ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਗੱਲਬਾਤ ਕਰਨ ਨੇ ਆ ਭੈਣ ਜੀ ਸਾਡੇ ਨਾਲ ਨੇ। ਭੈਣ ਜੀ ਵਾਹਿਗੁਰੂ ਜੀ ਕੀ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਭੈਣ ਜੀ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਮੈਨੂੰ ਤੁਹਾਡੇ ਵੱਲੋਂ ਜਿਹੜੀਆਂ ਮੁਬਾਰਕਾਂ ਸਾਰੇ ਪਰਿਵਾਰ ਨੂੰ, ਦੋਵਾਂ ਜੀਆਂ ਨੂੰ ਤੁਹਾਡੇ ਵਿਆਹ ਦੇ ਆਨੰਦ ਕਾਰਜ ਦੀਆਂ। ਥੈਂਕ ਯੂ ਜੀ। ਕੀ ਕਹਿਣਾ ਚਾਹੋਗੇ? ਭਾਈ ਹਰਦੀਪ ਸਿੰਘ ਨੇ ਇੱਕ ਬੜਾ ਵਧੀਆ ਉਪਰਾਲਾ ਕੀਤਾ ਵਾ, ਜਿਹੜਾ ਕਿ ਵਿਆਹ ਆਨੰਦ ਕਾਰਜ ਕੀਤਾ। ਕਈ ਸੋਚਿਆ ਸੀ ਵੀ ਇਸ ਤਰ੍ਹਾਂ ਜਿਹੜੇ ਕਿ ਆਉਣਗੇ ਸਰਦਾਰ ਜੀ, ਹਰ ਇੱਕ ਜਿਹੜੀ ਕੁੜੀ ਦਾ ਇੱਕ ਸੁਪਨਾ ਹੁੰਦਾ ਵਾ, ਤੁਹਾਡਾ ਕੋਈ ਸੁਪਨਾ ਹੋਊਗਾ? ਜੀ ਮੇਰਾ ਤਾਂ ਇਹੀ ਸੀ ਪਹਿਲਾਂ ਤਾਂ ਕਿ ਮੈਂ ਜੌਬ ਲੱਗਣਾ, ਬਸ ਕਿ ਆਪਣੇ ਪੈਰਾਂ 'ਤੇ ਸਟੈਂਡ ਹੋਣਾ। ਬਾਕੀ ਇਹ ਗੁਰੂ ਰਾਮਦਾਸ ਜੀ ਦੀ ਮਰਜ਼ੀ ਸੀ ਕਿ ਉਹੀ ਪਿਤਾ ਮਾਤਾ ਨੇ ਸਭ ਦੇ, ਜਿਹੜਾ ਫੈਸਲਾ ਕਰਨਾ ਉਹ ਤਾਂ ਉਹਨਾਂ ਨੇ ਹੀ ਕਰਨਾ ਹੁੰਦਾ। ਮਤਲਬ ਜੇ ਆਪਾਂ ਕਹੀਏ ਕਿ ਕੋਈ ਜ਼ਰੀਆ ਬਣਿਆ, ਉਹਨਾਂ ਨੇ ਬਣਾਇਆ ਹੁੰਦਾ ਸਭ ਕੁਝ, ਉਹੀ ਕਰਦੇ ਨੇ ਜ਼ਰੀਆ, ਉਹ ਜੋ ਮਰਜ਼ੀ ਬਣੇ, ਅਤੇ ਉਹਨਾਂ ਦੀ ਇਹ ਮਰਜ਼ੀ ਸੀ, ਤਾਂ ਇਹ 'ਚ ਵੀ ਮੈਂ ਬਹੁਤ ਖੁਸ਼ ਹਾਂ। ਹਾਂਜੀ। ਭੈਣ ਜੀ ਮੈਨੂੰ ਦੱਸੋ ਵੀ ਤੁਹਾਡੀ ਜਿਹੜੀ ਇਹ ਪੜ੍ਹਾਈ ਹੈ ਕਿੱਥੋਂ ਤੱਕ ਦੀ ਹੋਈ ਹੈ? ਮੇਰੀ ਗ੍ਰੈਜੂਏਸ਼ਨ ਹੋਈ ਹੈ, ਹੁਣ ਮੈਂ MA ਇਨ ਪੰਜਾਬੀ ਕਰ ਰਹੀ ਹਾਂ ਗੁਰੂ ਨਾਨਕ ਯੂਨੀਵਰਸਿਟੀ। ਠੀਕ ਹੈ। ਹਾਂਜੀ। ਅਤੇ ਸਾਨੂੰ ਵੀ ਪਤਾ ਲੱਗਾ ਵੀ ਤੁਸੀਂ ਪਾਠ ਵੀ ਕਰ ਲੈਂਦੇ ਜੀ, ਥੋੜ੍ਹਾ ਸੁਣਾਓਗੇ ਸਾਨੂੰ? ਹਾਂਜੀ, ਇਹ ਜੀ ਬ੍ਰੇਲ ਲਿਪੀ 'ਚ ਹੈ ਪੋਥੀ। ਹਾਂਜੀ, ਅਤੇ ਸ਼੍ਰੀ ਜਪਜੀ ਸਾਹਿਬ ਜੀ ਦੀ ਜਿਹੜੀ ਹੈ ਪੋਥੀ ਮੇਰੇ ਕੋਲ ਹੈਗੀ ਇਸ ਟਾਈਮ, ਅਤੇ ਇਹਦੀਆਂ ਮੈਂ ਕੁਛ ਕੁ ਪੌੜੀਆਂ ਤੁਹਾਨੂੰ ਮੈਂ ਸੁਣਾ ਦਿੰਦੀ। ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸੇ ਭੰਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਹੇ ਰਾਹ ਲਿਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿ ਸਿਆਣਪਾ ਲੱਖ ਹੋਈ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਤੁਕ ਸੁਖ ਪਾਈ ਹੈ ਇੱਕ ਨਾ ਹੁਕਮ ਬਖਸ਼ੀਸ ਹੁਕਮੀ ਸਦਾ ਭਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੀ ਬੁਝੈ ਤਾਂ ਹਉਮੈ ਕਹੀ ਨਾ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨਿਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੰਬੀ ਚਾਰ ਗਾਵੇ ਕੋ ਸਾਜ ਕਰੇ ਤਨਖੇਹ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਦਿਸੈ ਦੂਰ ਗਾਵੇ ਕੋ ਵੇਖੇ ਹਾਦਨਾ ਹਦੂਰ ਕਥਨਾ ਗਠੀ ਨਾ ਆਵੈ ਤੋਟ ਕਤ ਕਤ ਕਥੀ ਕੋਟੀ ਕੋਟ ਕੋਟ ਦਿਨ ਦਾ ਦੇ ਲੈਂਦੇ ਥਕ ਪਾਹੀ ਜੁਗਾ ਜੁਗੰਤਰ ਖਾਹੀ ਖਾਏ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਖਸੈ ਵੇ ਪ੍ਰਵਾਹੋ ਸਾਚਾ ਸਾਹਿਬ ਸਾਚਨਾਏ ਭਾਖਿਆ ਪਾਉ ਅਪਾਰ ਆਖਿਆ ਮੰਗੈ ਦੇਹ ਦੇਹ ਦਾਤ ਕਰੇ ਦਾਤਾਰ ਫਿਰ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀਐ ਜਿਤ ਸੁਨਤਰੇ ਪਿਆਰ ਅੰਮ੍ਰਿਤ ਵੇਲਾ ਸਚ ਸੁਨਾਓ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦੀ ਮੁਖ ਦਵਾਰ ਨਾਨਕੀ ਵੈ ਜਾਣੀਐ ਸੋਪੀ ਸਚਿਆਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਭੈਣ ਜੀ ਅਗਲਾ ਸਵਾਲ ਮੇਰਾ ਇਹ ਆ, ਜਦੋਂ ਭਾਈ ਸਾਹਿਬ ਨੇ ਤੁਹਾਡੇ ਪਰਿਵਾਰ ਨਾਲ ਗੱਲ ਕੀਤੀ ਤੁਹਾਡਾ ਮੈਰਿਜ ਬਾਰੇ, ਉਸ ਟਾਈਮ 'ਤੇ ਤੁਹਾਡਾ ਕੀ ਰਿਐਕਸ਼ਨ ਸੀ, ਕੀ ਕਹਿਣਾ ਚਾਹੋਗੇ? ਜੀ ਮੇਰਾ ਬਸ ਉਹੀ ਗੱਲ ਹੈ ਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੂੰ ਮੈਂ ਉਹਨਾਂ 'ਤੇ ਵਿਸ਼ਵਾਸ ਕਰਦੀ ਹਾਂ, ਅਤੇ ਉਹ ਜੋ ਕਰਦੇ ਨੇ ਉਹ ਮੇਰੇ ਨਾਲ ਕਦੀ ਮੈਂ ਇਹੀ ਚੀਜ਼ ਬਾਬਾ ਜੀ ਨੂੰ ਹਮੇਸ਼ਾ ਹੀ ਅਰਦਾਸ ਕੀਤੀ ਕਿ ਬਾਬਾ ਜੀ ਮੈਨੂੰ ਪਤਾ ਕਿ ਜੋ ਤੁਸੀਂ ਕਰੋਗੇ ਮੇਰੇ ਨਾਲ ਚੰਗਾ ਹੀ ਕਰੋਗੇ, ਮੇਰੇ ਨਾਲ ਬਾਬਾ ਜੀ ਗਲਤ ਕਰ ਹੀ ਨਹੀਂ ਸਕਦੇ ਸੀ, ਅਤੇ ਮੇਰੀ ਹਾਂ ਹੀ ਸੀਗੀ ਮੈਂ ਕਿਉਂਕਿ ਜਿੱਥੇ ਮੇਰੇ ਪੇਰੈਂਟਸ ਸੀਗੇ ਉੱਥੇ ਹੀ ਮੈਂ ਉਹਨਾਂ ਦੇ ਨਾਲ ਹੀ ਸੀ। ਤੇ ਭੈਣ ਜੀ ਕੀ ਕਹਿਣਾ ਚਾਹੋਗੇ? ਅਸੀਂ ਦੇਖਦੇ ਹਾਂ ਵੀ ਜਿਹੜੀਆਂ ਸਾਡੀਆਂ ਹੋਰ ਭੈਣਾਂ ਹੁੰਦੀਆਂ ਜਿਹੜੀਆਂ ਅੱਖਾਂ ਤੋਂ ਨੇਤਰਹੀਨ ਨੇ, ਜਿਹਨਾਂ ਨੂੰ ਨਹੀਂ ਦਿਖਾਈ ਦਿੰਦਾ, ਉਹ ਕਿਤੇ ਕਿਤੇ ਆਪਣੇ ਆਪ ਨੂੰ ਕਿਤੇ ਵਿਚਾਰ ਮੰਨ ਲੈਂਦੀਆਂ ਵੀ ਸ਼ਾਇਦ ਅਸੀਂ ਕੁਝ ਦੁਨੀਆ 'ਚ ਕਰ ਨਹੀਂ ਸਕਦੇ ਜਾਂ ਸਾਨੂੰ ਅਸੀਂ ਬਹੁਤ ਅਧੂਰੇ ਹਾਂ, ਉਹਨਾਂ ਨੂੰ ਕੀ ਕਹਿਣਾ ਚਾਹੋਗੇ?
ਜੀ ਉਹ ਨਹੀਂ ਮੰਨਦੀਆਂ, ਇਹ ਸਮਾਜ ਹੀ ਮਨਾਉਂਦਾ। ਹਾਂਜੀ, ਇਹ ਤਾਂ ਸਮਾਜ ਦੀ ਕੁਰੀਤੀ ਹੈ, ਉਹ ਨਹੀਂ ਮੰਨਦੀਆਂ, ਇੱਦਾਂ ਦੀ ਕੋਈ ਗੱਲ ਨਹੀਂ। ਕਿਉਂਕਿ ਅੱਜ ਦੇਖਣ ਨੂੰ ਆਵੇ ਤਾਂ ਵਰਤਮਾਨ ਕਾਲ 'ਚ ਦੇਖੋ 162 ਪੋਸਟਾਂ 'ਤੇ ਬਲਾਈਂਡ ਬੱਚੇ ਜਿਹੜੇ ਉਹ ਟੀਚਰ ਦੀ ਸੇਵਾ ਮਿਊਜ਼ਿਕ ਐਜ਼ ਏ ਮਿਊਜ਼ਿਕ ਨਿਭਾ ਰਹੇ ਨੇ। ਅਤੇ ਦੇਖੋ ਜੇ ਉਹ ਮੰਨਦੇ ਹੋਣ ਤਾਂ ਕਿਉਂ ਅੱਗੇ ਆਉਣ, ਹੈ ਨਾ। ਅਤੇ ਹਾਂ ਇਹ ਗੱਲ ਹੈ ਕਿ ਜਦੋਂ ਸਮਾਜ ਵਿਤਕਰਾ ਕਰੇ, ਜਦੋਂ ਹੈ ਨਾ ਕੋਈ ਸਾਹਮਣੇ ਨਾਰਮਲ ਬੰਦਾ ਬੈਠਾ ਹੈ ਨਾ, ਸਾਡੇ ਵਰਗੇ ਬਲਾਈਂਡ ਨੂੰ ਲੋੜ ਹੈ ਉਹ, ਪਰ ਸਾਨੂੰ ਪਤਾ ਵੀ ਲੱਗ ਜਾਂਦਾ ਕਿ ਉਹ ਬੈਠਾ ਅਤੇ ਉਹ ਬੰਦਾ ਜਾਣ ਕੇ ਨਾ ਬੋਲੇ, ਹੈ ਨਾ। ਤਾਂ ਇਹਨਾਂ ਚੀਜ਼ਾਂ ਤੋਂ ਕੋਈ ਥੋੜ੍ਹਾ ਬਹੁਤਾ ਲੱਗਦਾ ਹੈ ਕਿ ਸਮਾਜ 'ਚ ਕਿੰਨੀ ਮਤਲਬ ਇਸ ਚੀਜ਼ ਦੀ ਵਿਤਕਰਾ ਜਾਂ ਕੁਛ ਵੀ ਹੈ, ਜਾਂ ਸਰਕਾਰ ਹੈ ਨਾ ਜੋਬ ਵਗੈਰਾ ਦੇਣ ਲੱਗੇ। ਨਹੀਂ ਮਤਲਬ ਜ਼ਰੂਰੀ ਨਹੀਂ ਹੈ ਕਿ ਅੱਖਾਂ ਨਹੀਂ ਤਾਂ ਬੰਦਾ ਕੰਮ ਨਹੀਂ ਕਰ ਸਕਦਾ, ਕੰਮ ਤਾਂ ਹੱਥਾਂ ਪੈਰਾਂ ਨਾਲ ਕਰਨਾ ਹੀ ਹੈ ਨਾ। ਅਤੇ ਜਦੋਂ ਸਰਕਾਰ ਵਿਤਕਰਾ ਕਰਦੀ ਹੈ ਜਾਂ ਕੁਛ ਵੀ ਹੈ, ਜਾਂ ਜਦੋਂ ਘਰ ਪਰਿਵਾਰ 'ਚ ਨਿੱਜੀ ਤੌਰ 'ਤੇ ਹੋਵੇ ਕਿ ਹੈ ਨਾ ਕਿ ਨਹੀਂ, ਜਾਂ ਹਰ ਗੱਲ 'ਤੇ ਸਾਈਡ 'ਤੇ ਰੱਖਿਆ ਜਾਵੇ, ਉਦੋਂ ਹੀ ਬੰਦੇ ਦੇ ਮਨ 'ਚ ਆਉਂਦਾ। ਇਹਦਾ ਵੀ ਕੋਈ ਕਾਰਨ ਬਣਦਾ ਹੁੰਦਾ, ਇੱਦਾਂ ਦੀ ਕੋਈ ਗੱਲ ਨਹੀਂ, ਕੋਈ ਇੱਦਾਂ ਦੀ ਗੱਲ ਨਹੀਂ ਕੋਈ ਸੋਚਦਾ। ਭੈਣ ਜੀ ਕੀ ਕਹਿਣਾ ਚਾਹੋਗੇ? ਅਸੀਂ ਦੇਖ ਰਹੇ ਵੀ ਅੱਜ ਕੱਲ੍ਹ ਜਿਹੜੇ ਕਿ ਰਿਸ਼ਤੇ ਛੋੜੇ ਨੇ, ਤੁਸੀਂ ਦੇਖਿਆ ਹੀ ਹੈ ਕਿਸ ਤਰ੍ਹਾਂ ਜਿਹੜੀਆਂ ਹਾਲਾਤ ਅੱਜ ਕੱਲ੍ਹ ਹੋਏ ਪਏ ਨੇ। ਲੋਕ ਬਾਹਰ ਜਾਣ ਦੀ ਲਾਲਚ ਜਾਂ ਲੋਕ ਰਿਸ਼ਤੇ ਜਿਹੜੇ ਖਰਾਬ ਕਰਦੇ ਜਾਂਦੇ ਨੇ, ਕਿਉਂਕਿ ਇੱਕ ਮੀਆਂ ਬੀਵੀ ਰਿਸ਼ਤਾ ਇੱਕ ਪਵਿੱਤਰ ਰਿਸ਼ਤਾ ਮੰਨਿਆ ਜਾਂਦਾ ਵਾ, ਠੀਕ ਹੈ ਨਾ। ਜਿਹੜੇ ਕਿ ਗੁਰੂ ਸਾਹਿਬ ਦੀ ਹਾਜ਼ਰੀ 'ਚ ਲੋਕ ਵਿਆਹ ਕਰਦੇ ਨੇ, ਲੋਕ ਝੂਠ ਸੱਚ ਬਹੁਤ ਬੋਲਦੇ ਨੇ, ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ? ਜੀ ਮੈਂ ਵੈਸੇ ਸਿਰਫ ਇਹੀ ਕਹਿਣਾ ਚਾਹੂੰਗੀ ਕਿ ਮਾਂ ਬਾਪ ਨੂੰ ਆਪਣੀ ਧੀ ਨੂੰ ਇੱਦਾਂ ਦੇਣਾ ਹੀ ਨਹੀਂ ਚਾਹੀਦਾ ਇਸ ਲਾਲਚ ਕਰਕੇ ਕਿ ਕੋਈ ਮੁੰਡਾ ਬਾਹਰ ਲੈ ਜੇ ਜਾਂ ਕੁਛ ਵੀ ਹੈ। ਕਿਉਂਕਿ ਸਾਰੀਆਂ ਹੀ ਮਤਲਬ ਜਿੰਨੀ ਵੀ ਸਾਰੀ, ਮੈਂ ਤਾਂ ਆਪਣੇ ਆਪ ਮਤਲਬ ਇੱਕੋ ਹੀ ਜੋਤ ਹੈ ਸਭ 'ਚ, ਮੈਂ ਆਪਣੀਆਂ ਭੈਣਾਂ ਹੀ ਮੰਨਦੀ ਹਾਂ ਸਭ ਨੂੰ, ਕਿ ਮੈਂ ਨਹੀਂ ਚਾਹੁੰਦੀ ਕਿ ਮੈਂ ਵੀ ਇੱਕ ਕੁੜੀ ਹਾਂ ਕਿ ਕਿਸੇ ਧੀ ਭੈਣ ਨਾਲ ਇੱਦਾਂ ਹੋਵੇ। ਕਿਉਂਕਿ ਕਈ ਲੋਕ ਸਭ ਕੁਛ ਮਤਲਬ ਇੱਕ ਮਤਲਬ ਧੀ ਬਾਅਦ 'ਚੋਂ ਜਦੋਂ ਹੋ ਜੇ ਤਾਂ ਉਹ ਕਿਸੇ ਜੋਗੀ ਨਹੀਂ ਰਹਿੰਦੀ, ਜਦੋਂ ਮਤਲਬ ਕੋਈ ਇੱਦਾਂ ਦੀ ਗੱਲ ਹੋ ਜੇ ਬਾਅਦ 'ਚੋਂ, ਤਾਂ ਫਿਰ ਉਹ ਚੀਜ਼ ਗਲਤ ਪਾਸੇ ਜਾਂਦੀ ਹੈ। ਮਾਂ ਬਾਪ ਨੂੰ ਕਦੀ ਇਸ ਚੀਜ਼ ਦਾ ਲਾਲਚ ਨਹੀਂ ਕਰਨਾ ਚਾਹੀਦਾ ਕਿ ਕੋਈ ਮੁੰਡਾ ਇਹਨੂੰ ਸੈਟਲ ਕਰ ਲੂਗਾ, ਕਿਉਂਕਿ ਮੁੰਡੇ ਵਾਲੇ ਇਹੀ ਕਹਿ ਦਿੰਦੇ ਨੇ ਕਿ ਅਸੀਂ ਪੈਸੇ ਲਾਵਾਂਗੇ ਜੀ, ਇਹਨੇ ਆਈਲੈਟਸ ਕੀਤੀ ਹੋਈ ਹੈ ਅਤੇ ਬਾਹਰ ਲੈ ਜਾਂਦੇ ਹਾਂ। ਪਰ ਬਾਅਦ 'ਚੋਂ ਹੁਣ ਅਗਲੇ ਦਾ ਕੀ ਪਤਾ ਹੁੰਦਾ ਕਿ ਉੱਥੇ ਵੀ ਅਗਲਾ ਮੈਰਿਜ ਕਰਾ ਲੇ ਜਾਂ ਕੁਛ ਵੀ ਹੈ ਨਾ। ਤਾਂ ਇਸ ਚੀਜ਼ ਨਾਲ ਹੀ ਬਹੁਤ ਉਹ ਹੁੰਦਾ, ਕਈ ਲੋਕ ਕਾਗਜ਼ੀ ਬਣਾ ਕੇ ਚਲੇ ਜਾਂਦੇ ਨੇ, ਮੁੜ ਕੇ ਉੱਥੇ ਰਹਿੰਦੇ ਨਹੀਂ ਇਕੱਠੇ ਜਾਂ ਕੁਛ ਵੀ ਹੈ, ਇੱਦਾਂ ਦੀ ਗੱਲ ਹੋ ਰਹੀ ਹੈ। ਮੈਂ ਤਾਂ ਇਹੀ ਚਾਹੂੰਗੀ ਕਿ ਮਾਂ ਬਾਪ, ਕਿਉਂਕਿ ਮਾਂ ਬਾਪ ਜੋ ਬੱਚੇ ਲਈ ਕਰ ਸਕਦੇ ਆ ਨਾ, ਉਹ ਦੂਸਰਾ ਬੰਦਾ ਨਹੀਂ ਕਰ ਸਕਦਾ। ਮਾਂ ਬਾਪ ਨੂੰ ਆਪਣੀ ਜ਼ਿੰਮੇਵਾਰੀ ਤੋਂ ਮੁਨੱਕਰ ਨਹੀਂ ਹੋਣਾ ਚਾਹੀਦਾ, ਕਦੀ ਵੀ ਨਹੀਂ ਹੋਣਾ ਚਾਹੀਦਾ ਆਪਣੇ ਬੱਚੇ ਪ੍ਰਤੀ। ਜਦ ਤੱਕ ਮਾਂ ਬਾਪ ਪੈਰਾਂ 'ਤੇ ਸਟੈਂਡ, ਭਾਵੇਂ ਮੁੰਡਾ ਹੋਵੇ ਕੁੜੀ ਹੋਵੇ, ਜਦ ਤੱਕ ਉਹਨੂੰ ਪੈਰਾਂ 'ਤੇ ਸਟੈਂਡ ਨਹੀਂ ਨਾ ਕਰ ਲੈਂਦੇ ਆਪਣੇ ਬੱਚੇ ਨੂੰ, ਕਦੀ ਵਿਆਹ ਵਾਲੇ ਮਤਲਬ ਨਹੀਂ ਸੋਚਣਾ ਚਾਹੀਦਾ ਕਿ ਇੱਦਾਂ ਲਾਲਚ ਕਰਕੇ। ਜੇ ਕੋਈ ਉੱਦਾਂ ਅਪਣਾਉਂਦਾ ਸੁਖੀ ਰੱਖਣ ਲਈ ਫਿਰ ਠੀਕ ਹੈ, ਪਰ ਇੱਦਾਂ ਲਾਲਚ ਕਰਕੇ ਕਿ ਬਾਹਰ ਲੈ ਜਾਏਗਾ ਜਾਂ ਕੁਛ ਵੀ ਉਹ ਚੀਜ਼ ਕਰਕੇ ਆਪਣੀ ਧੀ ਨੂੰ ਨਹੀਂ ਦੇਣਾ ਚਾਹੀਦਾ। ਮਾਂ ਬਾਪ ਨੂੰ ਸੋਚਣਾ ਚਾਹੀਦਾ ਇਹ ਚੀਜ਼। ਪਰ ਪਹਿਲਾਂ ਕੀ ਕਹਿਣਾ ਚਾਹੋਗੇ? ਅਸੀਂ ਦੇਖਦੇ ਅੱਜ ਕੱਲ੍ਹ ਜਿਹੜੇ ਰਿਸ਼ਤੇ ਜਿਹੜੇ ਨੇ, ਖਾਸ ਕਰਕੇ ਵਿਆਹ ਜਿਹੜੇ ਉਹ ਕਿਤੇ ਕਿਤੇ ਐਗਰੀਮੈਂਟ ਹੋ ਗਏ ਨੇ ਕਾਗਜ਼ਾਂ 'ਚ, ਠੀਕ ਹੈ ਨਾ। ਮੁੰਡੇ ਵਾਲੇ ਇਹ ਲੱਭਦੇ ਨੇ ਕਿ ਸਾਡਾ ਮੁੰਡਾ ਬਾਹਰ ਚਲ ਜੇ, ਉਹ ਲੱਭਦੇ ਨੇ ਵੀ ਕੁੜੀ ਆਈਲੈਟਸ ਕੀਤੀ ਹੋਵੇ, ਚਾਹੇ ਗਰੀਬ ਘਰ ਦੀ ਹੋਵੇ, ਲੱਖਾਂ ਰੁਪਈਆ ਲਾ ਦਿੰਦੇ ਨੇ। ਇਸ ਤਰ੍ਹਾਂ ਦਾ ਕਿਉਂ ਬਿਜ਼ਨਸ ਕਿਉਂ ਬਣ ਗਿਆ? ਵਿਆਹ ਨੂੰ ਲੋਕਾਂ ਨੇ ਬਿਜ਼ਨਸ ਬਣਾ ਦਿੱਤਾ। ਇਹ ਤਾਂ ਜੀ ਮੈਨੂੰ ਨਹੀਂ ਪਤਾ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਮਰਜ਼ੀ ਹੈ, ਇਹ ਤਾਂ ਨਹੀਂ ਸਾਨੂੰ ਪਤਾ। ਜੋ ਕਰਨ ਕਰਾਉਣ ਵਾਲਾ ਆਪ ਹੀ ਹੈ ਪ੍ਰਮਾਤਮਾ, ਇਹਦੇ ਵਿੱਚ ਅਸੀਂ ਕੁਛ ਨਹੀਂ ਕਹਿ ਸਕਦੇ। ਭੈਣ ਜੀ ਲਾਸਟ ਸਵਾਲ ਮੇਰਾ, ਸੁਪਨਾ ਕੀ ਹੈ? ਕਿਉਂਕਿ ਹਰ ਇੱਕ ਧੀ ਦਾ ਸੁਪਨਾ ਹੁੰਦਾ ਵਾ, ਤੁਹਾਡਾ ਵੀ ਕੋਈ ਸੁਪਨਾ ਹੋਊਗਾ, ਕੀ ਕਹਿਣਾ ਚਾਹੋਗੇ? ਮੇਰਾ ਜੀ ਇਹੀ ਹੈ ਕਿ ਮੈਂ ਮਤਲਬ ਆਪਣੇ ਪੈਰਾਂ 'ਤੇ ਸਟੈਂਡ ਹੋਵਾਂ। ਅਤੇ ਮੈਂ ਹੋਰ ਜਿਹੜੇ ਕਈ ਲੋਕ, ਮੈਨੂੰ ਉਹੀ ਗੱਲ ਮੈਂ ਪਹਿਲਾਂ ਵੀ ਇਹੀ ਇੰਟਰਵਿਊ 'ਚ ਕਿਹਾ ਕਿ ਮਤਲਬ ਮੈਨੂੰ ਲੱਗਦਾ ਕਿ ਜਿੱਦਾਂ ਹੈ ਨਾ ਹੁਣ ਮੈਰਿਜ ਹੋਈ ਤਾਂ ਕਾਫੀ ਲੋਕ ਹੱਥ ਪੈਰ ਹੁੰਦੇ ਹੋਣ ਦੇ ਬਾਵਜੂਦ ਵੀ ਮੰਗਣ ਲਈ ਆਏ ਇੱਥੇ, ਤਾਂ ਮਤਲਬ ਉਹ ਚੀਜ਼ ਨਹੀਂ ਸਹੀ ਲੱਗਦੀ ਯਾਰ। ਤੁਹਾਡੇ ਹੱਥ ਪੈਰ ਹੈਗੇ ਨੇ ਤਾਂ ਤੁਸੀਂ ਕੰਮ ਕਰੋ। ਕਿਉਂਕਿ ਮੈਂ ਕਈ ਚੀਜ਼ ਦੇਖੀ, ਕਈ ਲੋਕ ਹੱਥ ਨਹੀਂ ਹੁੰਦੇ ਅਤੇ ਪੈਰਾਂ ਨਾਲ ਲਿਖ ਰਹੇ ਨੇ, ਪੈਰਾਂ ਨਾਲ ਸਭ ਕੁਝ ਕਰ ਰਹੇ ਨੇ। ਮੈਂ ਇਹ ਵੀ ਵੀਡੀਓਜ਼ ਦੇਖੀਆਂ ਨੇ, ਮੈਨੂੰ ਨਹੀਂ ਪਤਾ ਸੱਚ ਹੈ ਝੂਠ ਹੈ, ਬਟ ਇਹ ਚੀਜ਼ ਦੇਖੀ ਹੈ ਮੈਂ। ਬਟ ਜੇ ਉਹ ਇੱਦਾਂ ਮੇਰੇ ਮਨ 'ਚ ਆਉਂਦੀ ਕਿ ਉਹ ਇੱਦਾਂ ਕਰ ਸਕਦੇ ਨੇ, ਤਾਂ ਤੁਹਾਡੇ ਤਾਂ ਹੱਥ ਪੈਰ ਹੈਗੇ ਨੇ, ਤੁਸੀਂ ਆਪਣੀ ਕਿਰਤ ਕਮਾਈ ਕਰੋ, ਹੈ ਨਾ, ਆਪਣਾ ਖਾਓ। ਦੇਖੋ ਧੰਦਾ ਹੀ ਕਈਆਂ ਨੇ ਬਣਾਇਆ ਹੋਇਆ ਕਿ ਮਤਲਬ ਇੱਦਾਂ ਹੀ ਮੰਗਣ ਜਾਓ ਅਤੇ ਖਾਈ ਚੱਲੋ, ਪਰ ਨਹੀਂ, ਕਦੋਂ ਤੱਕ ਬੰਦਾ ਇੱਦਾਂ ਖਾ ਲੇਗਾ, ਹੈ ਨਾ, ਕਦੋਂ ਤੱਕ। ਇਸ ਕਰਕੇ ਮੈਂ ਇਹੀ ਚੀਜ਼ ਲਈ ਸਭ ਨੂੰ ਮੋਟੀਵੇਟ ਕਰੂੰਗੀ, ਜੇ ਮੈਂ ਕਦੀ ਪੈਰਾਂ 'ਤੇ ਸਟੈਂਡ ਹੋਈ, ਕਿ ਵੀ ਤੁਸੀਂ ਵੀ ਆਪਣੇ ਪੈਰਾਂ 'ਤੇ ਹੀ ਸਟੈਂਡ ਹੋਵੋ। ਅਤੇ ਮੈਂ ਮੈਸੇਜ ਵੀ ਇਹੀ ਦਿੰਦੀ ਹਾਂ ਕਿ ਮੰਗ ਕੇ ਕਦੀ ਵੀ ਖਾਣਾ ਨਹੀਂ ਚਾਹੀਦਾ, ਕਿਉਂਕਿ ਮੰਗਣ ਮੂਲ ਨਾ ਜਾਈਏ, ਇੱਦਾਂ ਮਤਲਬ ਕੋਈ ਪੰਕਤੀ ਹੈਗੀ ਗੁਰਬਾਣੀ 'ਚ ਵੀ। ਅਤੇ ਮੰਗਣ ਤੋਂ ਤਾਂ ਗੁਰੂ ਸਾਹਿਬ ਨੇ ਵੀ ਕਿਹਾ ਵੀ ਕਿਰਤ ਕਮਾਈ ਕਰਨੀ ਚਾਹੀਦੀ ਹੈ ਨਾ। ਜਦੋਂ ਹੱਥ ਪੈਰ ਪ੍ਰਮਾਤਮਾ ਨੇ ਦਿੱਤੇ ਨੇ ਤਾਂ ਇਸੇ ਕਰਕੇ ਹੀ ਦਿੱਤੇ ਨੇ ਕਿ ਆਪਣੀ ਕਿਰਤ ਕਮਾਈ ਕਰੋ, ਹੈ ਨਾ। ਕਿਉਂਕਿ ਜੇ ਆਪਾਂ ਮੰਗ ਕੇ ਵੀ ਖਾਂਦੇ ਹਾਂ ਤਾਂ ਇਹ ਨਹੀਂ ਆਪਾਂ ਕਹਿ ਸਕਦੇ ਕਿ ਉਹ ਸਹੀ ਕਮਾਈ ਹੈ, ਉਹ ਸਹੀ ਨਹੀਂ ਹੁੰਦੀ। ਕਿਉਂਕਿ ਜੇ ਕੋਈ 100 ਵੀ ਦਿੰਦਾ ਨਾ ਤਾਂ 100 ਨੂੰ ਨਹੀਂ ਕਬੂਲਣਗੇ, ਕਹਿਣਗੇ ਨਹੀਂ ਜੀ ਸਾਨੂੰ 1100 ਦਿਓ, ਅਗਲੇ ਕੋਲ ਭਾਵੇਂ ਹੋਵੇ ਨਾ ਹੋਵੇ, ਹੈ ਨਾ। ਮਤਲਬ ਇਹ ਚੀਜ਼ ਅਗਲੇ ਨੂੰ, ਕਿਉਂਕਿ ਇਹਨਾਂ ਨੂੰ ਵੀ ਪੇਟ ਪਾਲਣਾ ਹੁੰਦਾ, ਇਹ ਤਾਂ ਕਹਿੰਦੇ ਨੇ। ਪਰ ਇਹ ਆਪਣਾ ਕੰਮ ਕਰਨਾ ਸ਼ੁਰੂ ਕਰਨ ਨਾ, ਉਹਦੇ ਨਾਲ ਵਾਧੂ ਪੈਸੇ, ਜਿੰਨੀ ਤੁਸੀਂ ਮਿਹਨਤ ਕਰੋਗੇ ਉਹਨਾਂ ਫਲ ਪਰਮਾਤਮਾ ਦਿੰਦਾ ਹੀ ਦਿੰਦਾ। ਕੀ ਕਹਿਣਾ ਚਾਹੋਗੇ? ਸਰਕਾਰ, ਅਸੀਂ ਦੇਖਦੇ ਹਾਂ ਵੀ ਸਰਕਾਰ ਜਿਹੜੀ ਆ, ਜਿਹੜੇ ਸਾਡੇ ਵੀਰ ਨੇ, ਚਾਹੇ ਹੈਂਡੀਕੈਪ ਨੇ, ਚਾਹੇ ਜਾਂ ਨਿਤਵੀਨ ਜਿਹੜੀ ਭੈਣਾਂ ਵਾ, ਨੌਕਰੀ ਦੇਣ ਵਾਸਤੇ ਸਰਕਾਰ ਬੜੇ, ਜਦੋਂ ਇਲੈਕਸ਼ਨ ਹੁੰਦੇ ਬੜੇ ਵਾਅਦੇ ਕਰ ਲੈਂਦੀ ਹੈ। ਪਰ ਅੱਜ ਵੀ ਅਸੀਂ ਦੇਖਦੇ ਹਾਂ ਵੀ ਜਦੋਂ ਨੌਕਰੀ ਮੰਗਣ ਵਾਸਤੇ ਜਾਂਦੇ ਨੇ ਅਤੇ ਉਹਨਾਂ ਨੂੰ ਪਟਿਆਲੇ ਵਿੱਚ ਜਾਂ ਉਹਨਾਂ ਨੂੰ ਡਾਂਘਾਂ ਪੈਂਦੀਆਂ ਨੇ, ਜਾਂ ਧੁੱਪ 'ਚ ਬੜਾ ਪ੍ਰੋਟੈਸਟ ਕਰਨਾ ਪੈਂਦਾ ਵਾ। ਕੀ ਕਹਿਣਾ ਚਾਹੋਗੇ? ਸਰਕਾਰ ਨੂੰ ਕੀ ਮੰਗ ਕਰਦੇ ਹੋ?
ਜੀ ਮੈਂ ਤਾਂ ਇਹੀ ਕਹਿੰਦੀ ਹਾਂ ਕਿ ਮਤਲਬ ਉਹੀ ਗੱਲ ਹੈ ਨਾ ਕਿ ਵਫਾਦਾਰ ਜਿਹੜਾ ਉਹ ਇਨਸਾਨ ਮਤਲਬ ਹੋਣਾ ਚਾਹੀਦਾ ਹਰ ਚੀਜ਼ ਪ੍ਰਤੀ, ਆਪਣੀਆਂ ਜ਼ਿੰਮੇਵਾਰੀਆਂ ਪ੍ਰਤੀ। ਤੇ ਕਿਉਂਕਿ ਮਤਲਬ ਬਹੁਤ ਔਖਾ ਇੱਦਾਂ ਦਾ, ਕਿਉਂਕਿ ਜੋ ਵੀ ਜਨਰੇਸ਼ਨ ਪੰਜਾਬ ਦੀ ਆ ਜਾਂ ਕੁਛ ਵੀ ਆ ਨਾ, ਉਹ ਸਰਕਾਰ ਨੇ ਹੀ ਚਲਾਉਣੀ ਆ। ਜੇ ਨੌਕਰੀਆਂ ਨਹੀਂ ਦਿੰਦੇ ਤਾਂ ਮਤਲਬ ਕਾਫੀ ਬਲਾਈਂਡ ਵੀ ਇੱਦਾਂ ਦੇ ਨੇ, ਮਤਲਬ ਕਾਫੀ ਨਾਰਮਲ ਵੀ ਇੱਦਾਂ ਦੇ ਨੇ ਕਿ ਮਤਲਬ ਜਿਹੜੇ ਗਲਤ ਪਾਸੇ ਨਸ਼ਿਆਂ ਵੱਲ ਜਾ ਰਹੇ ਨੇ ਬੱਚੇ, ਤਾਂ ਉਹ ਚੀਜ਼ ਨਾ ਹੋਵੇ। ਜੇ ਤੁਸੀਂ ਕੰਮ 'ਚ ਬਿਜ਼ੀ ਰੱਖੋਗੇ ਕਿ ਵਿਹਲਾ ਮਨ ਸ਼ੈਤਾਨ ਦਾ ਘਰ, ਉਹ ਵਾਲੀ ਗੱਲ ਹੋ ਜਾਂਦੀ ਆ ਨਾ ਫਿਰ। ਹਾਂਜੀ, ਅਤੇ ਮਤਲਬ ਮੈਂ ਇਹੀ ਕਹਿਣਾ ਚਾਹੂੰਗੀ ਕਿ ਤੁਸੀਂ ਜੋਬ ਵਗੈਰਾ ਵੱਧ ਤੋਂ ਵੱਧ ਬੱਚਿਆਂ ਨੂੰ ਮਤਲਬ ਜਿਹੜੀ ਆ ਉਹ ਦੇਣੀ ਚਾਹੀਦੀ ਹੈ, ਕਿਉਂਕਿ ਗੁਣ ਦਾ ਤਾਂ ਮਤਲਬ ਕੰਮ ਜਿਹੜੇ ਗੁਣ ਤੋਂ ਕੰਮ ਲਿਆ ਜਾਵੇ ਤਾਂ ਉਹੀ ਸਹੀ ਹੁੰਦਾ ਹੈ ਨਾ। ਅਤੇ ਜੋਬ ਸਰਕਾਰ ਨੂੰ ਆਪਣੀਆਂ ਜ਼ਿੰਮੇਵਾਰੀਆਂ ਤੋਂ ਮਨੁੱਕਰ ਨਹੀਂ ਹੋਣਾ ਚਾਹੀਦਾ ਕਦੀ ਵੀ, ਕਿਉਂਕਿ ਜੇ ਸਰਕਾਰ 'ਤੇ ਭਰੋਸਾ ਕਰਕੇ ਹੀ ਮਤਲਬ ਲੋਕ ਚੁਣਦੇ ਨੇ ਨਾ, ਅਤੇ ਲੋਕਾਂ ਲਈ ਸਰਕਾਰ ਬਣਦੀ ਹੈ। ਹਾਂਜੀ। ਅਤੇ ਭੈਣ ਜੀ ਉਹਨਾਂ ਨੂੰ ਲੋਕਾਂ ਨੂੰ ਕੀ ਕਹਿਣਾ ਜੋ ਅਸੀਂ ਦੇਖਦੇ ਹਾਂ ਵੀ ਸਾਡੀਆਂ ਕਈ ਧੀਆਂ ਹੁੰਦੀਆਂ ਵਾ ਆਪਣੇ ਆਪ ਨੂੰ ਬੜਾ ਮਹਿਸੂਸ ਕਰਦੀਆਂ ਵੀ ਅਸੀਂ ਚੰਗੇ ਘਰ ਦੇ ਜਾਂ ਇਸ ਤਰ੍ਹਾਂ ਜਿਹੇ ਗਰੀਬ ਘਰ ਦੇ, ਬਹੁਤ ਆਪਣੇ ਆਪ ਨੂੰ ਕਿਤੇ ਮਹਿਸੂਸ ਕਰਦੀਆਂ ਵੀ ਸ਼ਾਇਦ ਸਹੁਰੇ ਘਰ ਜਾਵਾਂਗੇ ਪਤਾ ਨਹੀਂ ਉਹ ਕੀ ਕਰਨਗੇ, ਕਿਉਂ ਹਰ ਇੱਕ ਮਨ 'ਚ ਡਰ ਹੁੰਦਾ। ਜਿਵੇਂ ਅੱਜ ਕੱਲ੍ਹ ਸਹੁਰੇ ਤੁਸੀਂ ਵੇਖਿਆ ਕਿ ਲਾਲਚੀ ਹੋ ਜਾਂਦੇ ਨੇ ਕਿਸ ਤਰ੍ਹਾਂ ਦੇ, ਠੀਕ ਹੈ ਨਾ, ਧੀਆਂ ਨੂੰ ਵੀ ਕੋਈ ਮਾਰਨਾ ਸ਼ੁਰੂ ਕਰ ਦਿੰਦੇ ਨੇ। ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋ? ਜੀ ਮੈਂ ਤਾਂ ਇਹੀ ਕਹਿਣਾ ਚਾਹੂੰਗੀ ਕਿ ਮਤਲਬ ਇੱਦਾਂ ਜਿਹੜੇ ਮਤਲਬ ਕੁਛ ਵੀ ਹੈ, ਜੇ ਤੁਸੀਂ ਕਿਸੇ ਦੀ ਧੀ ਭੈਣ ਨੂੰ ਲੈ ਕੇ ਆਉਂਦੇ ਹੋ ਤਾਂ ਇੱਦਾਂ ਨਹੀਂ ਕਰਨਾ ਚਾਹੀਦਾ, ਕਿਉਂਕਿ ਤੁਹਾਡੀਆਂ ਵੀ ਕੋਈ ਨਾ ਕੋਈ ਬੇਟੀ ਘਰ 'ਚ ਆਪਣੀ ਨਾ ਹੋਊਗੀ ਤਾਂ ਮਤਲਬ ਕਿਸੇ ਮਾਸੀ ਦੀ ਹੋਊਗੀ, ਉਹਦੇ ਨਾਲ ਇੱਦਾਂ ਹੋਊਗਾ, ਕਿਉਂਕਿ ਜੋ ਬੀਜਿਆ ਉਹ ਤਾਂ ਫਿਰ ਵੱਢਣਾ ਪੈਣਾ ਹੀ ਆ ਨਾ। ਜੇ ਤੁਸੀਂ ਕਿਸੇ ਦੀ ਧੀ ਨਾਲ ਕਰੋਗੇ ਤਾਂ ਫਿਰ ਤੁਹਾਡੇ ਨਾਲ ਵੀ ਹੋਏਗਾ ਹੀ ਹੋਏਗਾ। ਇਹ ਚੀਜ਼ ਤਾਂ ਕੁਦਰਤੀ ਕਾਨੂੰਨ ਹੈ, ਅਤੇ ਇਸ ਕਰਕੇ ਜੀ ਇਹ ਚੀਜ਼ ਨਹੀਂ ਕਰਨੀ ਚਾਹੀਦੀ। ਬਸ ਮੈਂ ਤਾਂ ਇਹੀ ਕਹਿਣਾ ਚਾਹੂੰਗੀ, ਅਤੇ ਧੀਆਂ ਨੂੰ ਵੀ ਮਤਲਬ ਇਹੀ ਕਹਿਣਾ ਚਾਹੂੰਗੀ ਕਿ ਇੱਦਾਂ ਦੀ ਚੀਜ਼ ਨੂੰ ਸਹਿਣ ਵੀ ਨਾ ਕਰਨ ਫਿਰ, ਕਿਉਂਕਿ ਮਤਲਬ ਇਹ ਮਤਲਬ ਗੁਰੂ ਸਾਹਿਬ ਕਹਿੰਦੇ ਨੇ ਕਿ ਜਿੰਨਾ ਜ਼ੁਲਮ ਕਰਨ ਵਾਲਾ ਗਲਤ ਹੁੰਦਾ ਨਾ, ਤਾਂ ਜਿੰਨਾ ਫਿਰ ਓਨਾ ਹੀ ਸਹਿਣ ਵਾਲੇ ਦੀ ਵੀ ਗਲਤੀ ਹੁੰਦੀ ਹੈ। ਜੇ ਕੋਈ ਨਜਾਇਜ਼ ਇੱਦਾਂ ਕਰਦਾ ਤਾਂ ਅਸੀਂ ਸਹਿੰਦੇ ਹਾਂ, ਅੱਡ ਹੋ ਸਕਦਾ ਫਿਰ ਬੰਦਾ, ਇਹੀ ਗੱਲ। ਕਿਉਂਕਿ ਦੇਖੋ ਗਲਤ ਰਿਸ਼ਤਾ ਭਾਵੇਂ ਗੁਰੂ ਗ੍ਰੰਥ ਸਾਹਿਬ ਸਾਹਮਣੇ ਲਾਵਾਂ ਹੋਈਆਂ ਨੇ, ਮੈਂ ਉਸ ਚੀਜ਼ ਨੂੰ ਬਹੁਤ ਪਵਿੱਤਰ ਸਮਝਦੀ ਹਾਂ, ਪਰ ਜੇ ਗਲਤੀ ਰਿਸ਼ਤਾ ਜੁੜ ਗਿਆ ਤਾਂ ਫਿਰ ਉਹਨੂੰ ਤਾਂ ਨਿਭਾਇਆ ਨਹੀਂ ਨਾ ਜਾ ਸਕਦਾ। ਹਾਂਜੀ, ਅਤੇ ਬਾਕੀ ਮਾਂ ਬਾਪ ਨੂੰ ਸੋਚ ਸਮਝ ਕੇ ਫੈਸਲਾ ਲੈਣਾ ਚਾਹੀਦਾ ਹੈ ਨਾ। ਭੈਣ ਜੀ ਇੱਕ ਤੁਸੀਂ ਮਿਸਾਲ ਬਣੇ ਹੋ, ਵੀਰ ਜੀ ਵੀ ਬਹੁਤ ਮਿਸਾਲ ਬਣੇ, ਕਿਉਂਕਿ ਗੁਰਸਿੱਖ ਫੈਮਿਲੀ ਆ ਲੋਕਾਂ ਵਾਸਤੇ, ਕਿਉਂਕਿ ਲੋਕ ਅਸੀਂ ਦੇਖ ਰਹੇ ਹਾਂ ਲੋਕ ਇੱਕ ਭੇਡ ਚਾਲ ਬਣੀ ਵੀ ਲੋਕਾਂ 'ਚ, ਲੋਕ ਜਿਹੜੇ ਨੇ ਪਵਿੱਤਰ ਰਿਸ਼ਤਾ ਵਾ ਜਿਹੜਾ ਇੱਕ ਪਤੀ ਪਤਨੀ ਆ, ਲੋਕ ਉਹਨੂੰ ਨਾ ਕਿਤੇ ਕਿਤੇ ਕਲੰਕਿਤ ਕਰੀ ਜਾਣ ਜਾਂ ਉਹਨੂੰ ਕਿਤੇ ਮਿਟਾਈ ਜਾ ਰਹੇ ਨੇ। ਸਿਰਫ ਲੋਕਾਂ ਇੱਕ ਦੌੜ ਮਚੀ ਪਈ ਆ, ਪਰ ਭਾਈ ਨੇ ਅਤੇ ਭਾਈ ਹਰਦੀਪ ਸਿੰਘ ਨੇ ਤੁਸੀਂ ਇੱਕ ਮਿਸਾਲ ਬਣਾਤੀ ਆ। ਲੋਕ ਅੱਜ ਬਹੁਤ ਵਾਹ ਕਰ ਰਹੇ ਨੇ ਤੁਹਾਡੀ, ਜਿਹੜੀਆਂ ਕਹਿ ਰਹੇ ਨੇ ਵੀ ਗੁਰਸਿੱਖ ਪਰਿਵਾਰ ਨੇ ਇਹ ਪੂਰਾ ਸਿੱਖੀ ਦਾ ਜਿਹੜਾ ਮਾਣ ਰੱਖਣੇ ਨੇ। ਕੀ ਕਹਿਣਾ ਚਾਹੋਗੇ? ਜੀ ਮੈਂ ਇਹੀ ਕਹਿਣਾ ਚਾਹੂੰਗੀ ਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸਮਤ ਬਖਸ਼ਣ, ਕਿਉਂਕਿ ਮੱਤ ਦੇਣ ਵਾਲੇ ਉਹੀ ਨੇ। ਇਹਦੇ ਵਿੱਚ ਤਾਂ ਮੈਂ ਇਹੀ ਕਹਿ ਸਕਦੀ ਹਾਂ ਕਿ ਮਤਲਬ ਕੋਈ ਵੀ ਭਾਵੇਂ ਕੋਈ ਮੁੰਡਾ ਹੈ ਕੁੜੀ ਹੈ, ਜਾਂ ਅੱਜ ਕੱਲ੍ਹ ਦੇ ਨੌਜਵਾਨਾਂ ਨੂੰ ਸੇਧ ਮਿਲੇ। ਅਤੇ ਕਿਉਂਕਿ ਪਹਿਲਾਂ ਹੀ ਅੱਜ ਕੱਲ੍ਹ ਸਭ ਕੁਛ ਮਤਲਬ ਜਿੱਦਾਂ ਫਰੈਂਡ ਵਗੈਰਾ ਜਾਂ ਕੁਛ ਵੀ ਹੈ, ਸਭ ਕੁਛ ਪਹਿਲਾਂ ਚੱਲ ਰਿਹਾ, ਤਾਂ ਉਹ ਚੀਜ਼ ਨਹੀਂ ਹੋਣੀ ਚਾਹੀਦੀ। ਕਿਉਂਕਿ ਪੇਰੈਂਟਸ ਕਦੀ ਵੀ ਗਲਤ ਨਹੀਂ ਕਰਦੇ, ਕਿਉਂਕਿ ਮੈਂ ਪਹਿਲਾਂ ਵੀ ਪਿੱਛੇ ਜੇ ਨਾ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੁੰਦੀ ਦੇਖੀ ਸੀ। ਮਨਪ੍ਰੀਤ ਕੋਈ ਕੁੜੀ ਸੀ, ਇੰਨੀ ਪੜ੍ਹੀ ਲਿਖੀ ਕੁੜੀ, ਅਤੇ ਉਹਨੇ ਇੱਧਰ ਤਰਨਤਾਰਨ ਵਾਲੀ ਸਾਈਡ ਹੀ ਕੋਈ ਮਤਲਬ ਕਿਸੇ ਮੁੰਡੇ ਨਾਲ ਮੈਰਿਜ ਕਰਾਈ, ਅਤੇ ਉਹ ਗਲਤ ਮਤਲਬ ਹੋ ਗਿਆ। ਤਾਂ ਬਾਅਦ 'ਚੋਂ ਉਹ ਕਹਿੰਦੀ ਵੀ ਮੇਰੇ ਪੇਰੈਂਟਸ ਨੇ ਮੈਨੂੰ ਕਿਹਾ ਸੀ ਕਿ ਤੂੰ ਇੱਥੇ ਬੇਟਾ ਨਹੀਂ ਰਹਿ ਸਕਦੀ, ਸਾਨੂੰ ਪਤਾ ਹੈ। ਅਤੇ ਉਹ ਫਿਰ ਵੀ ਕਹਿੰਦੀ ਵੀ ਨਹੀਂ, ਮੈਂ ਕੁੰਡੀਆਂ ਬੰਦ ਕਰਕੇ ਮੈਂ ਰੋਟੀ ਨਹੀਂ ਖਾਣੀ, ਅਤੇ ਮੈਂ ਇੱਦਾਂ ਕਰਨਾ ਕਿ ਨਹੀਂ ਮੇਰਾ ਉੱਥੇ ਹੀ ਕਰੋ। ਅਤੇ ਬਾਅਦ 'ਚੋਂ ਹੁਣ ਦੇਖੋ ਮਤਲਬ ਉਹੀ ਚੀਜ਼ ਹੈ ਨਾ ਕਿ ਪੇਰੈਂਟਸ ਕਦੀ ਵੀ ਗਲਤ ਨਹੀਂ ਸੋਚਦੇ ਬੱਚੇ ਲਈ, ਤਾਂ ਪੇਰੈਂਟਸ ਦੀ ਮੰਨ ਕੇ ਚੱਲਣਾ ਚਾਹੀਦਾ। ਕੀ ਲੱਗਦਾ ਨਹੀਂ ਭੈਣ ਜੀ ਕਿਤੇ ਨਾ ਕਿਤੇ ਜਿਹੜੀ ਧੀਆਂ ਵੀ ਜਿਹੜੀ ਆ ਉਹ ਕਿਤੇ ਥੋੜ੍ਹਾ ਗਲਤ ਫੈਸਲਾ ਲੈ ਲੈਂਦੀਆਂ ਵਾ, ਕਿਉਂਕਿ 20 ਸਾਲ ਜਿਹੜੇ ਹੁੰਦੇ ਮਾਂ ਬਾਪ ਉਹਨਾਂ ਨੇ ਪਾਲ ਪੋਸ ਕੇ ਵੱਡਾ ਕੀਤਾ ਹੁੰਦਾ, ਅਤੇ ਜਿਹੜਾ 1-2 ਮਹੀਨੇ ਵਾਸਤੇ ਕੋਈ ਮੁੰਡਾ ਆਉਂਦਾ ਵਾ ਉਹ ਸੁਪਨੇ ਵਿਖਾ ਜਾਂਦਾ ਉਹਨਾਂ ਨੂੰ ਵੀ ਤੂੰ ਮੇਰੇ ਸੁਪਨਿਆਂ ਦੀ ਰਾਣੀ ਆ, ਬਹੁਤ ਚੰਗੀ ਆ, ਮੈਂ ਤੈਨੂੰ ਐਸ਼ ਕਰਾਊਂਗਾ ਜਾਂ ਜ਼ਿੰਦਗੀ ਬਣਾਊਂਗਾ। ਕੀ ਲੱਗਦਾ ਨਹੀਂ ਵੀ ਉਹ ਜਿਹੜੇ ਮਾਂ ਬਾਪ ਦੇ 20 ਸਾਲ ਜਿਹੜੇ ਨੇ ਕਿਤੇ ਦੇ ਧੀ ਭੁੱਲ ਜਾਂਦੀ ਆ? ਜੀ ਇਕੱਲੀ ਧੀ ਨਹੀਂ ਭੁੱਲਦੀ, ਪੁੱਤ ਵੀ ਭੁੱਲਦਾ। ਹਾਂਜੀ, ਦੋਵੇਂ ਭੁੱਲ ਜਾਂਦੇ ਦੋਨੇ ਹੀ ਭੁੱਲ ਜਾਂਦੇ ਨੇ, ਕਿਉਂਕਿ ਆਪਾਂ ਸਿਰਫ ਧੀ ਨੂੰ ਹੀ ਗਲਤ ਕਹੀ ਜਾਈਏ ਉਹ ਵੀ ਚੀਜ਼ ਠੀਕ ਨਹੀਂ ਹੈਗੀ। ਕਿਉਂਕਿ ਗੁਰੂ ਸਾਹਿਬ ਨੇ ਵੀ ਇਹ ਚੀਜ਼ ਕਹੀ ਕਿ ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ, ਹੈ ਨਾ। ਤਾਂ ਮਤਲਬ ਸਿਰਫ ਇਕੱਲੀ ਧੀ ਦੀ ਗਲਤੀ ਨਹੀਂ ਹੁੰਦੀ, ਮੁੰਡਾ ਵੀ ਤਾਂ ਆਪਣੇ ਇਮਾਨ ਤੋਂ ਡਿੱਗਦਾ ਹੈ ਨਾ, ਆਪਣੇ ਸੰਸਕਾਰਾਂ ਤੋਂ ਡਿੱਗਦਾ ਹੀ ਹੈ। ਕਿਉਂਕਿ ਮੇਰੇ ਹਿਸਾਬ ਨਾਲ ਜਿਹੜਾ ਬੰਦਾ ਇੱਦਾਂ ਕਿਸੇ ਕੁੜੀ ਨਾਲ ਧੀ ਭੈਣ ਨਾਲ ਕਰਦਾ ਹੈ ਨਾ, ਫਿਰ ਉਹ ਚੀਜ਼ ਗਲਤ ਉਹੀ ਗੱਲ ਹੈ ਨਾ ਕਿ ਤੁਹਾਡੀ ਵੀ ਤਾਂ ਫਿਰ ਹੋਊਗਾ ਹੀ ਨਾ ਤੁਹਾਡੀ ਧੀ ਭੈਣ ਨਾਲ, ਜੇ ਤੁਸੀਂ ਕਿਸੇ ਨਾਲ ਕਰੋਗੇ। ਤਾਂ ਜੇ ਤੁਸੀਂ ਕਰਦੇ ਵੀ ਹੋ ਇੱਦਾਂ ਤਾਂ ਨਿਭਾਓ। ਪਹਿਲੀ ਗੱਲ ਤਾਂ ਇਹੀ ਗੱਲ ਹੁੰਦੀ ਹੈ ਕਿ ਨਿਭਾਉਣਾ ਚਾਹੀਦਾ। ਦੂਜੀ ਗੱਲ ਇਹ ਪਹਿਲਾਂ ਕਰਨਾ ਹੀ ਨਹੀਂ ਚਾਹੀਦਾ। ਮਾਂ ਬਾਪ ਨੂੰ ਪੁੱਛੋ ਆਪਣਿਆਂ ਨੂੰ। ਹਾਂਜੀ, ਬਹੁਤ ਬਹੁਤ ਧੰਨਵਾਦ ਜੀ। ਇਹ ਸੀ ਗੱਲਬਾਤ ਕੀਤੀ ਸਾਡੇ ਨਾਲ ਜਿਹੜੀ ਕਿ ਭੈਣ ਅਮਨਦੀਪ ਅਤੇ ਭਾਈ ਹਰਦੀਪ ਸਿੰਘ ਜੀ। ਤੁਸੀਂ ਦੇਖਿਆ ਵੀ ਇਹ ਜਿਹੜੀ ਜੋੜੀ ਆ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਹੋ ਰਹੀ ਆ, ਅਤੇ ਕਾਫੀ ਲੋਕ ਜਿਹੜੇ ਨੇ ਇਹਨਾਂ ਦਾ ਮਾਨ ਸਤਿਕਾਰ ਕਰ ਰਹੇ ਨੇ। ਸਾਡੀ ਭੈਣ ਜਿਹੜੀ ਕਿ ਨਿਤਹੀਨ ਆ, ਅਤੇ ਭਾਈ ਸਾਹਿਬ ਨੇ ਇੱਕ ਉਪਰਾਲਾ ਕੀਤਾ ਵਾ ਜਿੱਥੇ ਕਿ ਅਸੀਂ ਦੇਖ ਰਹੇ ਹਾਂ ਵੀ ਅੱਜ ਕੱਲ੍ਹ ਜਿਹੜੇ ਲੋਕ ਨੇ ਪਤੀ ਪਤਨੀ ਰਿਸ਼ਤੇ ਨੂੰ ਜਿਹੜਾ ਕਿਤੇ ਦਾਗ ਕਰ ਰਹੇ ਨੇ, ਜਾਂ ਰਿਸ਼ਤੇ ਜਿਹੜੇ ਤਾਰ ਕਰ ਰਹੇ ਨੇ, ਉੱਥੇ ਜਿਹੜੀ ਇਹ ਮਿਸਾਲ ਬਣ ਕੇ ਸਾਹਮਣੇ ਆਈ ਹੈ। ਸਾਡਾ ਵੀ ਅਸੀਂ ਗੁਰੂ ਰਾਮਦਾਸ ਅਰਦਾਸ ਕਰਦੇ ਹਾਂ ਵੀ ਇਹ ਜੋੜੀ ਹੈ ਪਰਮਾਤਮਾ ਦਿਨ ਰਾਤ ਜਿਹੜੀ ਤਰੱਕੀ ਕਰੇ, ਚੜ੍ਹਦੀ ਕਲਾ ਰੱਖੇ, ਅਤੇ ਹਮੇਸ਼ਾ ਜਿਹੜੇ
ਚੰਗੇ ਰਹੋ, ਖੁਸ਼ ਰਹਿਣ। ਮੈਨੂੰ ਦਿਓ ਇਜਾਜ਼ਤ। ਮੈਂ ਹਰਜੀਤ ਗਰੇਵਾਲ, ਪੰਜਾਬੀ ਲੋ ਚੈਨਲ, ਅੰਮ੍ਰਿਤਸਰ।